ਜਸ ਟੀਵੀ ਦੇਖ ਰਹੇ ਤੁਸੀਂ, मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਦੇਸ਼ ਵਿੱਚ ਝੰਡਿਆਂ ਤੇ ਸਿਆਸਤ ਪੱਕੀ ਹੋਈ ਹੈ। ਹਰ ਘਰ ਤਿਰੰਗਾ ਇਹ ਮੁਹਿੰਮ ਸ਼ੁਰੂ ਕੀਤੀ ਗਈ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਹਿਤਾ ਕਿ ਕੇਸਰੀ ਝੰਡਾ ਲਹਿਰਾਓ, ਨਿਸ਼ਾਨ ਸਾਹਿਬ ਲਹਿਰਾਓ। ਤੇ ਇਸ ਤੋਂ ਬਾਅਦ ਵਿਵਾਦ ਝਗੜੇ ਹੋਰ ਵੱਧਦੇ ਗਏ। ਸਿਆਸਤ ਦਾ ਘਮਸਾਨ ਤੇਜ਼ ਹੁੰਦਾ ਗਿਆ। ਕਾਂਗਰਸ ਨੇ ਸਵਾਲ ਚੁੱਕਤੇ ਸੰਘ ਤੇ ਇਹ ਸਾਰੇ ਘਮਸਾਨ ਦੇ ਵਿਚਾਲੇ ਕਿਸੇ ਨਾ ਕਿਸੇ ਦਾ ਕੋਈ ਸਿਆਸੀ ਏਜੰਡਾ ਤਾਂ ਹੈ। ਉਸ ਨੂੰ ਸਮਝਣ ਦੀ ਕੋਸ਼ਿਸ਼ 'ਚ ਬੈਠੇ हैं। देश 75वां आज़ादी दिहाड़ा मना रहा है तो इस दे विचाले जो झंडियां ते सियासत हो रही है, ये देश का भविख है की है, भारतीयों का भविख है की है, वो सवाल होने लाजमी है। झंडे ते किहड़े सियासी एजेंडे? बड़ा सवाल इस डिबेट के असीं पुछांगे कि झंडे वाले सियासी घमसान भारत का भविख की। इस सवाल ते बहस होई। जिहड़ा पैनल साडे नाल है, वड्डा पैनल है ते आपदी लाइन को लैके महारत हासिल रखते। मालवीन सिंह माली पोलीटिकल कमेंटेटर ने। माली साहब ने इस मुद्दे पर बहुत टिप्पणियां कीतियां ते माली साहब नूं सोशल मीडिया पर तुसीं अक्सर पढ़ते सुनते होंगे। माली साहब तुहाडा बहुत स्वागत है। पोलीटिकल कमेंटेटर ने। डॉक्टर कमलजीत सिंह सोई भारतीय जनता पार्टी के स्पोक्सपर्सन है। डॉक्टर सोई तुहाडा बहुत स्वागत है। जसकंत सिंह कान सिंह वाला, इन्हां दी पार्टी लाइन वक्री है, श्रोमणी अकाली दल अमृतसर के स्पोक्सपर्सन ने ते बहुत ही सीनियर आगू जसकंत सिंह कान सिंह वाला, तुहाडा बहुत स्वागत है। मेजर RPS मल्होत्रा आम आदमी पार्टी स्पोक्सपर्सन है। मेजर मल्होत्रा तुहाडा बहुत स्वागत है। जशन चहल कांग्रेस स्पोक्सपर्सन है, पहली बार साडे नाल डिबेट च बैठ रहे हैं। जशन चहल तुहाडा बहुत स्वागत है। सब तो पहला सवाल माली साहब तुहाडे सामने जाऊंगा। माली साहब झंडे वाली सियासत दे नाल देश दा हल की है सर? देश दा भविख किधर जाऊगा? माली साहब सीधा सवाल सर। ਜਿਹੜਾ ਝੰਡਾ ਹੁੰਦਾ ਨਾ ਉਹ ਦੇਸ਼ ਦੀ ਮੂਲ ਭਾਵਨਾ ਦਾ ਪ੍ਰਤੀਕ ਹੁੰਦਾ ਹੈ। ਇਤਿਹਾਸਕ ਤੌਰ ਤੇ ਜਦੋਂ ਦੇਖੋ ਵੀ ਜਦੋਂ ਇਹ ਭਾਰਤ ਬਣਿਆ ਤਾਂ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਮੂਹਰੇ ਸਭ ਤੋਂ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ, ਇਹ ਰਾਜਾਂ ਦਾ ਸੰਘ। ਇਸੇ ਕਰਕੇ ਜਦੋਂ ਤਿਰੰਗਾ ਬਣਾਇਆ ਗਿਆ ਉਹਦੀ ਭਾਵਨਾ ਵੀ ਇਹ ਪ੍ਰਗਟ ਕੀਤੀ ਜਾਂਦੀ ਸੀ, ਹਰਾ ਰੰਗ ਹਰਿਆਲੀ ਵਾਲਾ, ਭਾਰਤ ਦੀ ਖੁਸ਼ਹਾਲੀ ਵਾਲਾ, ਚਿੱਟਾ ਰੰਗ ਅਮਨ ਸ਼ਾਂਤੀ ਵਾਲਾ, ਕੇਸਰੀ ਰੰਗ ਦੇਸ਼ ਲਈ ਕੁਰਬਾਨੀ ਵਾਲਾ। ਇਸੇ ਕਰਕੇ ਅਸ਼ੋਕ ਚੱਕਰ ਆ ਜਿਹੜਾ ਉਹਦੇ ਵਿੱਚ 24 ਲਾਈਨਾਂ ਨੇ, ਜਿਹਦਾ ਮਤਲਬ ਏਕਤਾ ਦੀ ਏਕਤਾ ਹੈ। ਇਹ ਪ੍ਰਸੰਗ ਦੇ ਵਿੱਚ ਜਦੋਂ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋ, ਤਿਰੰਗੇ ਦੀ ਗੱਲ ਕਰਦੇ ਹੋ, ਹੁਣ ਤੱਕ ਦੇ ਇਤਿਹਾਸ ਦੇ ਵਿੱਚ ਸਾਡੇ ਸੰਵਿਧਾਨ ਜਿੰਨੇ ਵੀ ਫੈਡਰਲ ਅੰਸ਼ ਸੀ, ਜਿੰਨੇ ਵੀ ਰਾਜਾਂ ਨੂੰ ਅਧਿਕਾਰ ਸੀ, ਜਿਨ੍ਹਾਂ ਨੇ ਮਿਲ ਕੇ ਦੇਸ਼ ਬਣਾਇਆ, ਉਹਨਾਂ ਨੂੰ ਪੈਰਾਂ ਹੇਠ ਰੋਲਿਆ ਗਿਆ, ਮਧੋਲਿਆ ਗਿਆ, ਤਾਕਤਾਂ ਦਾ ਕੇਂਦਰੀਕਰਨ ਕੀਤਾ ਗਿਆ। ਜਦੋਂ ਇੰਨੀਆਂ ਸਟੇਟਾਂ ਇਕੱਠੀਆਂ ਨੇ, ਇੰਨੇ ਧਰਮ ਇਕੱਠੇ ਨੇ, ਇੰਨੇ ਖੇਤਰ ਇਕੱਠੇ ਨੇ, ਉਹਨਾਂ ਦੇ ਆਪੋ ਆਪ ਦੇ ਝੰਡੇ ਵੀ ਨੇ, ਯੂਨੀਅਨਾਂ ਦੇ ਵੀ ਝੰਡੇ ਨੇ, ਧਰਮਾਂ ਦੇ ਵੀ ਝੰਡੇ ਨੇ, ਰਾਜਾਂ ਦੇ ਵੀ ਝੰਡੇ। ਸਾਡੇ ਸੰਵਿਧਾਨ ਮੁਤਾਬਕ ਤੇ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਤਿਰੰਗੇ ਦੇ ਨਾਲ ਲਹਿਰਾਉਣ ਦਾ ਵੀ ਹੱਕ ਆ। ਪਿੱਛੇ ਤੁਸੀਂ ਦੇਖਿਆ ਹੋਣਾ ਕੰਨੜ ਨੇ ਕਿੰਨਾ ਸਵਾਲ ਉਠਾਇਆ ਸੀ ਕਿ ਅਸੀਂ ਆਪਦਾ ਝੰਡਾ ਵੀ ਨਾਲ ਲਹਿਰਾਉਣਾ ਚਾਹੁੰਦੇ ਆ। ਇਸ ਕਰਕੇ ਤਿਰੰਗੇ ਝੰਡੇ ਨੂੰ ਸਾਂਝ ਦਾ, ਏਕਤਾ ਦਾ ਪ੍ਰਤੀਕ ਕਿਹਾ ਜਾ ਸਕਦਾ। ਪਰ ਤਿਰੰਗਾ ਕੋਈ ਇਹੋ ਜਿਹਾ ਨਹੀਂ ਕਿ ਜਿਹਦੀ ਇੱਕ ਸੋਚ ਹੋਵੇ, ਇੱਕ ਰੂਪ ਹੋਵੇ ਤੇ ਉਹ ਸਾਰਿਆਂ ਦੇ ਸਿਰ ਮੜਿਆ ਜਾਵੇ। ਉਹ ਸਾਂਝੀ ਸੋਚ ਆ, ਉਹ ਨਾ ਇੱਕ ਪਾਰਟੀ ਦੀ ਸੋਚ ਆ, ਨਾ ਇੱਕ ਸਰਕਾਰ ਦੀ ਸੋਚ ਆ। ਇਸੇ ਭਾਵਨਾ ਕਰਕੇ ਹਰ ਇੱਕ ਗੱਲ ਦੇ ਇੱਕ ਨਿਯਮ ਬਣਾਏ ਜਾਂਦੇ ਨੇ, ਪ੍ਰੋਟੋਕਾਲ ਬਣਾਇਆ ਜਾਂਦਾ। ਤਿਰੰਗਾ ਨਾ ਕਿਸੇ ਦੇ ਘਰ 'ਚ ਤੁੰਨਿਆ ਜਾਂਦਾ ਸੀ, ਨਾ ਕਿਸੇ ਸੰਸਥਾ ਤੇ ਲਾਇਆ ਜਾਂਦਾ ਸੀ। ਮੌਕੇ ਹੁੰਦੇ ਸੀ, ਇੱਕ ਪ੍ਰੋਟੋਕਾਲ ਹੁੰਦਾ ਸੀ। ਤਿਰੰਗੇ ਨੂੰ ਲਹਿਰਾਉਣਾ ਕਦੋਂ ਆ, ਫਿਰ ਲਾਉਣਾ ਕਦੋਂ ਆ, ਇਹਨੂੰ ਸਾਹਮਣਾ ਕਿਵੇਂ ਆ। ਹੌਲੀ ਹੌਲੀ ਉਹ ਪ੍ਰੋਟੋਕਾਲ ਆ ਜਿਹੜਾ ਉਹਦੇ ਵਿੱਚ ਵੀ ਚੇਂਜ ਕਰ ਦਿੱਤਾ ਗਿਆ। ਅੱਜ ਜਿਹੜਾ ਇਹ ਨਾਰਾ ਦਿੱਤਾ ਜਾ ਰਿਹਾ ਵੀ ਸੀ ਤਿਰੰਗਾ, ਉਹਦੇ ਫੈਡਰਲਿਜ਼ਮ ਦੀ ਸਪਿਰਿਟ ਆ, ਸਾਂਝ ਸਪਿਰਿਟ ਆ, ਖਾਲਸੇ ਦਾ ਨਿਸ਼ਾਨ ਆ। ਚਲੋ ਨਿਸ਼ਾਨ ਬਾਰੇ ਚਾਹੇ ਮਤਭੇਦ ਨੇ ਵੀ ਇਹ ਕੇਸਰੀ ਨਿਸ਼ਾਨ ਆ ਜਾਂ ਸਰਮਈ ਨੀਲਾ ਆ, ਉਹ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਬੁਲੰਦ ਕਰਨ ਵਾਲਾ ਸਿਧਾਂਤ ਆ। ਆਪੋ ਆਪਦੇ ਝੰਡੇ ਲਹਿਰਾਓ, ਜੀ ਸਦਕੇ ਲਹਿਰਾਓ, ਪਰ ਇਹ ਜਿਹੜੀ ਭਾਵਨਾ ਨਾ ਘਰ ਘਰ ਤਿਰੰਗਾ, ਜਿਹਦੇ ਘਰ ਤੇ ਤਿਰੰਗਾ ਨਹੀਂ ਇਹ ਸਮਝਿਆ ਜਾਊ ਵੀ ਉਹਨੂੰ ਦੇਸ਼ ਤੇ ਵਿਸ਼ਵਾਸ ਨਹੀਂ। ਇੱਕ ਫਾਸ਼ੀਵਾਦੀ ਲਹਿਰਾ, ਇੱਕ ਝੰਡੇ ਨੂੰ ਲੋਕਾਂ ਦੇ ਘਰਾਂ 'ਚ ਤੁੰਨਣਾ ਤੇ ਬਾਕੀ ਝੰਡਿਆਂ ਨੂੰ ਕੌਣ ਕਰਨਾ, ਇਹ ਏਕਤਾ ਦੀ ਭਾਵਨਾ ਨੂੰ ਕਤਲ ਕਰਨ ਵਾਲੀ ਭਾਵਨਾ। ਦੂਜਾ, ਜਦੋਂ ਮੁਲਕ ਦਾ ਝੰਡਾ ਵਪਾਰ ਬਣ ਜੇ, ਗੁਜਰਾਤ ਦੀਆਂ 3 ਫਰਮਾਂ ਨੂੰ ਠੇਕਾ ਦੇਤਾ, ਗਰੀਬਾਂ ਨੂੰ, ਰਾਸ਼ਨ ਕਾਰਡ ਵਾਲਿਆਂ ਨੂੰ, ਸਕੂਲਾਂ ਨੂੰ, ਜਿੱਥੇ ਵੀ ਆ 20 ਰੁਪਏ ਦਾ ਝੰਡਾ ਜਿਹੜਾ ਉਹਨਾਂ ਦੇ ਸਿਰ ਮੜਿਆ ਜਾ ਰਿਹਾ।
ਜਦੋਂ ਰਾਸ਼ਟਰੀ ਝੰਡੇ ਦਾ ਵਪਾਰ ਹੋਣ ਲੱਗ ਜੇ ਉਦੋਂ ਤੁਸੀਂ ਮੰਨ ਲਓ ਵੀ ਬਹੁਤ ਸਾਰੀ ਵੱਡੇ ਖਤਰੇ ਦੀ ਘੰਟੀ ਆ। ਚਲੋ ਮਾਲੀ ਸਾਹਿਬ ਤੁਸੀਂ ਕੇਸਰੀ ਝੰਡਾ ਜਾਂ ਨਿਸ਼ਾਨ ਸਾਹਿਬ ਦੇ ਹੱਕ ਵਿੱਚ ਹੋ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਾਲ ਦਿੱਤੀ ਹੈ? ਨਹੀਂ, ਦੇਖੋ ਇੱਕ ਖਾਲਸਾ ਪੰਥ ਦਾ ਆਪਣਾ ਨਿਸ਼ਾਨ, ਉਹਦਾ ਵੀ ਇੱਕ ਪ੍ਰੋਟੋਕੋਲ ਆ। ਜਿੱਥੇ ਵੀ ਨਿਸ਼ਾਨ ਸਾਹਿਬ ਹੁੰਦਾ ਉਹਦਾ ਇੱਕ ਚਿੰਨ੍ਹ ਮੰਨਿਆ ਜਾਂਦਾ। ਦੇਖੋ ਕਿਵੇਂ ਦੁਨੀਆ 'ਚ ਕਹਿੰਦੇ ਸੀ, ਕਿਵੇਂ ਵੱਡੀਆਂ ਵੱਡੀਆਂ ਗੱਲਾਂ ਸੀ, ਕੋਈ ਚੋਰੀ ਦੇ ਕੇ ਫੜਿਆ ਗਿਆ, ਉਹ ਕਹਿੰਦੇ ਕਿਉਂ ਚੋਰੀ ਕੀਤੀ ਆ, ਕਹਿੰਦਾ ਮੈਂ ਭੁੱਖਾ ਸੀ। ਤੂੰ ਭੁੱਖਾ ਸੀ, ਤੂੰ ਆਲੇ ਦੁਆਲੇ ਦੇਖਦਾ, ਜਿੱਥੇ ਕਿ ਤੈਨੂੰ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਦਿੰਦਾ ਸੀ ਤੂੰ ਉੱਥੇ ਜਾਂਦਾ, ਤੇਰੇ ਭੁੱਖ ਦਾ ਮਸਲਾ ਹੱਲ ਹੋਣਾ ਸੀ। ਇਹ ਵੀ ਨਿਸ਼ਾਨ ਸੀ ਜਿਹੜੇ ਗੁਰਦੁਆਰਾ ਸਾਹਿਬ ਤੇ ਵੀ ਲਹਿਰਾਏ ਜਾਂਦੇ ਰਹੇ ਨੇ, ਇਹ ਮੁਹਿੰਮਾਂ ਦੀ ਵੀ ਅਗਵਾਈ ਕਰਦੇ ਰਹਿੰਦੇ ਨੇ। ਪਰ ਇਹ ਮੁਕਾਬਲੇਬਾਜ਼ੀ 'ਚ ਪੈਣਾ, ਆਹ ਲਹਿਰਾਓ ਆਹ ਨਾ ਲਹਿਰਾਓ, ਇਹ ਕੋਈ ਆਪਣੇ ਆਪ 'ਚ ਚੰਗੀ ਗੱਲ ਨਹੀਂ। ਚਲੋ ਦੋਹਾਂ ਚੱਕਾਂ ਦੇ ਪਿੱਛੇ ਭਾਵਨਾ, ਇਹ ਉਹਨੂੰ ਪਿੱਛੇ ਛੱਡ ਕੇ ਨਿਸ਼ਾਨਾਂ ਦੀ ਲੜਾਈ ਕਰਾਉਣ ਵਾਲਾ ਜਿਹੜਾ ਮਾਹੌਲ ਬਣਾਇਆ ਜਾ ਰਿਹਾ, ਨਖੇੜਾ ਜਾ ਰਿਹਾ, ਕੌਣ ਕਿੱਧਰ, ਇਹ ਬੜੀ ਮਾੜੀ ਗੱਲ ਆ। ਚਲੋ ਸੋਈ ਸਾਹਿਬ, ਝੰਡੇ ਦਾ ਮਤਲਬ ਹੁੰਦਾ ਸਾਂਝ, ਰੰਗਾਂ ਦਾ ਮਤਲਬ ਵੱਖ-ਵੱਖ ਤਰੀਕੇ ਨਾਲ ਤੁਸੀਂ ਸਾਰੇ ਸਮਝਦੇ ਹੋ, ਪਰ ਉਹ ਸਾਂਝ ਦੇ ਵਿਚਾਲੇ ਝੰਡੇ ਨਾਲ ਤੇ ਵਪਾਰ ਹੋ ਰਿਹਾ ਸੋਈ ਸਾਹਿਬ, ਉਹਦਾ ਜਵਾਬ ਦੇ ਕੌਣ ਹੈ ਸਰ? ਤੁਸੀਂ ਕਾਲ ਆ ਗਈ ਸੀ, ਮੈਨੂੰ ਤੁਹਾਡਾ ਕੁਐਸਚਨ ਸਮਝ ਨਹੀਂ ਆਇਆ, ਮੈਨੂੰ ਦੱਸੋ ਦੁਬਾਰਾ ਕੁਐਸਚਨ ਬੋਲਿਓ। ਝੰਡੇ ਦੇ ਨਾਂ ਤੇ ਵਪਾਰ ਹੋ ਰਿਹਾ, ਮਿਸਟਰ ਮਾਲੀ ਇਹ ਸਵਾਲ ਚੁੱਕਦੇ ਪਿਆ ਸੋਈ ਸਾਹਿਬ। ਦੇਖੋ ਅੱਜ ਜਦੋਂ ਦੇਸ਼ 75ਵਾਂ ਆਪਣਾ ਸੁਤੰਤਰ ਦਿਵਸ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਤੇ ਜਦੋਂ ਇੰਨੇ 75 ਵਰੇ ਪਏ ਅਸੀਂ ਜਦੋਂ ਸਾਡਾ ਝੰਡਾ ਆਇਆ ਸੀਗਾ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਪਹਿਲੀ ਵਾਰੀ ਝੰਡਾ ਜਦੋਂ ਹਿੰਦੁਸਤਾਨ 'ਚ ਬਣਿਆ ਨਾ, ਉਹ 1906 'ਚ ਲਹਿਰਾਇਆ ਗਿਆ ਸੀ। ਉਦੋਂ ਵੀ ਇੱਕ ਝੰਡਾ ਆਇਆ, ਫਿਰ ਬੜੇ ਬਦਲਾਅ ਆਏ, ਐਂਡ ਫਾਈਨਲੀ ਜਿਹੜਾ ਹੁਣ ਇਸ ਵਕਤ ਜਿਹੜਾ ਸਾਡਾ ਤਿਰੰਗਾ ਹੈ ਉਹ ਹੋਂਦ ਦੇ ਵਿੱਚ ਆਇਆ। ਤੇ ਤਿਰੰਗੇ ਨੂੰ ਕਈ ਸਿਰਫ ਸੂਬਿਆਂ 'ਚ ਜਾਂ ਵੱਡੀਆਂ ਬਿਲਡਿੰਗਾਂ 'ਚ VIP ਫੰਕਸ਼ਨਾਂ ਦੇ ਵਿੱਚ ਸਿਰਫ ਉਹਦੇ ਵਾਸਤੇ ਮਹਦੂਦ ਕਰ ਦਿੱਤਾ ਜਾਂਦਾ ਸੀਗਾ। ਜੇ ਮੈਂ ਆਪਣੇ ਘਰ ਦੇ ਉੱਪਰ ਮੇਰੇ ਦਿਲ 'ਚ ਹਿੰਦੁਸਤਾਨ ਵਸਦਾ ਹੈ। ਸੋਈ ਸਾਹਿਬ ਮੇਰਾ ਸਵਾਲ ਹੋ ਰਿਹਾ ਸੋਈ ਸਾਹਿਬ ਮੈਂ ਹਿਸਟਰੀ ਨਹੀਂ ਜਾਣਨਾ, ਮੈਂ ਤਾਂ ਉਸੇ ਗੱਲ ਤੇ ਹੀ ਆ ਰਿਹਾ। ਸੋਈ ਸਾਹਿਬ ਦਾ ਸਵਾਲ ਇਹ ਹੈ ਨਾ, ਝੰਡੇ ਦੇ ਨਾਂ ਤੇ ਵਪਾਰ ਹੋ ਰਿਹਾ, ਸਿਆਸਤ ਵੀ ਹੋ ਰਹੀ ਹੈ ਸਰ, ਇਹ ਦੇਸ਼ ਲਈ ਖਤਰਨਾਕ ਹੈ, ਮਿਸਟਰ ਮਾਲੀ ਕਹਿ ਰਿਹਾ ਜੀ। ਕੰਪਲੀਟ ਕਰ ਲੈਂਦੇ ਹੋ? ਹਾਂ ਬੋਲੋ। ਜਦੋਂ ਆ ਕਈ ਸਿਰਫ 15 ਅਗਸਤ ਨੂੰ ਪ੍ਰਧਾਨ ਮੰਤਰੀ ਸਾਹਿਬ ਲਾਲ ਕਿਲੇ ਤੋਂ ਝੰਡਾ ਲਹਿਰਾਉਂਦੇ ਸੀਗੇ, ਸਾਡੇ ਸੂਬਿਆਂ ਦੇ ਮੰਤਰੀ ਝੰਡਾ ਲਹਿਰਾਉਂਦੇ ਸੀਗੇ, ਮੁੱਖ ਮੰਤਰੀ ਝੰਡਾ ਲਹਿਰਾਉਂਦੇ ਸੀਗੇ, ਸਰਕਾਰੀ ਅਫਸਰਾਂ ਨੂੰ ਝੰਡਾ ਲਹਿਰਾਉਣ ਦੀ ਹੁੰਦੀ ਸੀਗੀ ਇਜਾਜ਼ਤ, ਪ੍ਰੋਟੋਕੋਲ ਹੁੰਦੇ ਸੀਗੇ ਜਿਹਦੇ ਮਾਲੀ ਸਾਹਿਬ ਨੇ ਦੱਸਿਆ। ਲੇਕਿਨ ਆਮ ਜਨਤਾ ਨੂੰ, ਜਿਹੜੀ ਸਾਡੀ ਹਿੰਦੁਸਤਾਨੀ ਨੇ 135 ਕਰੋੜ ਜਨਤਾ ਹੈਗੀ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਇਸ ਹੱਕ ਤੋਂ ਆਪਣੇ ਝੰਡੇ ਦੀ, ਆਪਣੇ ਦੇਸ਼ ਦੀ ਜਿਹੜੀ ਫਰੀडम ਫਾਈਟ ਕਰਕੇ ਇੰਨਾ ਅਸੀਂ ਲੱਖਾਂ ਕੁਰਬਾਨੀਆਂ ਦੇ ਕੇ ਸੋਈ ਸਾਹਿਬ ਮੇਰੇ ਸਵਾਲ ਤੇ ਨਹੀਂ ਆ ਰਹੇ, ਸੋਈ ਸਾਹਿਬ ਤੁਸੀਂ ਤਾਂ ਭਾਸ਼ਣ ਦੇ ਰਹੇ ਹੋ। ਸੋਈ ਸਾਹਿਬ ਮਾਫ ਕਰਨਾ, ਸੋਈ ਸਾਹਿਬ ਭਾਸ਼ਣ ਨਾ ਦੋ ਸਰ। ਮੇਰਾ ਸਵਾਲ ਬੜਾ ਸਿੱਧਾ ਸਰ, ਝੰਡੇ ਨਾਲ ਤੇ ਸਿਆਸਤ ਕੋ ਹੋ ਰਹੀ ਹੈ ਸੋਈ ਸਾਹਿਬ, ਝੰਡੇ ਨਾਲ ਤੇ ਵਪਾਰ ਕੋ ਹੋ ਰਿਹਾ ਸਰ ਜੀ। ਹੁਣ ਜੇ ਮੇਰਾ ਦੇਸ਼ ਹੈ, ਮੇਰੇ ਦੇਸ਼ ਦਾ ਝੰਡਾ, ਜੇ ਮੈਂ ਆਪਣੇ ਘਰ ਤੇ ਲਹਿਰਾਣਾ ਚਾਹਨਾ, ਆ ਸਿਆਸਤ ਹੈ। ਜੇ ਘਰ ਘਰ ਤਿਰੰਗਾ ਦੇਸ਼ ਦੇ ਵਿੱਚ ਰਾਸ਼ਟਰੀ ਸੋਚ ਇੱਕ ਪੈਦਾ ਕਰਨੀ ਚਾਹੁੰਦੇ ਆ, ਆ ਸਿਆਸਤ ਹੈ। ਜੇ ਹਰ ਬੰਦੇ ਨੂੰ ਆਪਣੇ ਦੇਸ਼ ਦੇ ਉੱਪਰ ਮਾਣ ਹੋਵੇ, ਆਪਣੇ ਤਿਰੰਗੇ ਦੇ ਉੱਪਰ ਮਾਣ ਹੋਵੇ, ਆ ਸਿਆਸਤ ਹੈ, ਆ ਵਪਾਰ ਹੈ। ਸ਼ਰਮ ਆਉਣੀ ਚਾਹੀਦੀ ਹੈ। ਠੀਕ ਹੈ ਸਰ, ਕਿਸੇ ਵੀ ਮਹਿਕਮੇ ਤੇ ਥੋਪਿਆ ਨਹੀਂ ਤੁਸੀਂ ਵੀ, ਕੋਈ ਵੀ ਮਹਿਕਮੇ ਦੇ ਉੱਤੇ ਥੋਪਿਆ ਨਹੀਂ ਤੁਸੀਂ ਵੀ ਇੰਨੇ ਦਾ ਝੰਡਾ ਤੁਹਾਨੂੰ ਮਿਲੂਗਾ, ਜਾਂ ਕਿਸੇ ਤਨਖਾਹ ਵਿੱਚ ਕੁਝ ਕੱਟਿਆ ਹੋਵੇ, ਜਾਂ ਕਿਸੇ ਹੁਕਮ ਜਾਰੀ ਕੀਤੇ ਹੋਣ ਸਰਕਾਰੀ ਤੌਰ ਤੇ, ਇਹ ਹੋਇਆ ਕਿ ਨਹੀਂ ਸੋਈ ਸਾਹਿਬ? ਜੇਪੀ ਜੀ, ਜੇ ਅੱਜ ਦੇਸ਼ ਦੇ ਵਿੱਚ ਰਾਸ਼ਟਰੀਅਤਾ ਲਿਆਉਣ ਵਾਸਤੇ ਤੁਸੀਂ ਕਹਿੰਦੇ ਹੋ ਮੈਂ ਪੰਜਾਬੀ ਆ, ਦੂਜਾ ਕਹਿੰਦਾ ਮੈਂ ਕੇਰਲਾ ਦਾ, ਚੌਥਾ ਕਹਿੰਦਾ ਮੈਂ ਉੱਤਰਾਖੰਡ ਦਾ, ਜੇ ਇੱਕ ਦੇਸ਼ ਨੂੰ ਇੱਕ ਥੱਲੇ ਬੰਨ ਦਿੱਤਾ ਜਾਵੇ, ਇੱਕ ਦੇਸ਼ ਇਕੱਠਾ ਹੋ ਜਾਵੇ। ਮੈਂ ਆਪਣੇ ਜਾ ਕੇ ਪੋਸਟ ਆਫਿਸ ਤੋਂ 25 ਰੁਪਏ ਦਾ ਝੰਡਾ ਲੈ ਕੇ ਆਇਆ, 25 ਰੁਪਏ ਦੇ ਹਿਸਾਬ ਨਾਲ ਝੰਡਾ ਮਿਲਦਾ ਪਿਆ ਪੋਸਟ ਆਫਿਸ ਦੇ ਵਿੱਚ। ਜੇ ਬਾਕੀ ਜਗ੍ਹਾ ਤੇ ਪੰਜਾਬ ਦੀ ਸਰਕਾਰ ਜਾਂ ਕਿਸੇ ਹੋਰ ਸੂਬੇ ਦੀ ਸਰਕਾਰ ਝੰਡੇ ਦੇ ਰਹੀ ਹੈ ਆਪਣੇ ਲੋਕਾਂ 'ਚ ਵੰਡਣ ਵਾਸਤੇ, ਤਾਂ ਵਾਟ ਇਜ਼ ਰੋਂਗ ਇਨ ਦੈਟ? ਚਲੋ ਸੋਈ ਸਾਹਿਬ ਦੇਸ਼ ਵਿੱਚ 8 ਸਾਲ ਪਹਿਲਾਂ ਰਾਸ਼ਟਰੀਅਤਾ ਨਹੀਂ ਸੀ, ਕੌਮੀਅਤ ਨਹੀਂ ਸੀ, ਜਿਹੜੀ ਅੱਜ ਪੈਦਾ ਕੀਤੀ ਜਾ ਰਹੀ ਹੈ। ਜਨਾਬ, ਜੇ ਅਸੀਂ ਆਪਣੇ ਜਿਹੜੀ ਚੀਜ਼ ਤੋਂ ਸਾਨੂੰ ਵਾਂਝਾ ਰੱਖਿਆ ਹੋਇਆ ਸੀਗਾ, ਜਿਹੜਾ ਸਿਰਫ VIP ਲੋਕਾਂ ਵਾਸਤੇ ਸੀਗਾ, ਜੇ ਅੱਜ ਆਮ ਜਨਤਾ ਨੂੰ सबका साथ सबका विकास सबका विश्वास दे नारे दे ऊपर लिया के असी झंडे दी जे महत्ता जेड़ी है हर आम आदमी नूं दे रहे हैं, ते की तुहानूं इहदे विच सियासत लगदी है? चलो कि देश दा झंडा अपनी छाती ते ला के जेड़ा सैनिक जांदा सियासत है? चलो
ठीक है सोई साहब, सियासत है कि नहीं है, सियासत है, आप सुधार बाकी के सियासत हम दस देंगे सर, एक ਜਿਹੜੇ छोटा वक्त वाले के वापस आ रहे हैं, रखते हैं। सोई साहब वापस आ रहे हैं सर, झंडे ते किहड़े सियासी झंडे आ, वापस आके फिर सवाल होंगे जरूर। एक और फिर थोड़ा स्वागत करते हैं, तो बड़ा सवाल ਅਸੀਂ ਇਹ ਪੁੱਛ ਰਹੇ ਹਾਂ, ਝੰਡੇ ਵਾਲੇ ਸਿਆਸੀ ਘਮਸਾਨ ਨਾਲ ਭਾਰਤ ਦਾ ਭਵਿੱਖ ਕੀ ਹੈ। ਜਸਕਰਨ ਸਿੰਘ ਕਾਨ ਸਿੰਘ ਵਾਲਾ बड़ा सीधा सवाल है, मिस्टर माली ने भी ये सवाल चुकिया, ਆਪਾਂ इस झगड़े ਵਿੱਚ ਕਿਉਂ ਪੈ ਰਹੇ ਹਾਂ ਕਿ ਤੁਸੀਂ ਤਿਰੰਗਾ ਲਹਿਰਾਓਗੇ ਤਾਂ ਅਸੀਂ ਨਿਸ਼ਾਨ ਸਾਹਿਬ ਲਹਿਰਾਵਾਂਗੇ, ਇਹੋ ਜਿਹੇ ਸੱਦੇ ਕਿਉਂ ਦੇ ਰਹੇ ਜਸਕਰਨ ਸਿੰਘ ਜੀ? ਇਹ ਕੋਈ ਨਾ ਤਾਂ ਘਮਸਾਨ ਹੈ, ਹਾਂ, ਨਾ ਕੋਈ ਵੱਡੀ ਲੜਾਈ ਹੈ। ਗੱਲ ਇਹ ਹੈ ਕਿ ਇਹ ਜਿਹੜਾ ਖਾਲਸੇ ਦਾ ਝੰਡਾ ਹੈ, ਇਹ ਪੂਰੀ ਮਨੁੱਖਤਾ ਦਾ ਝੰਡਾ ਹੈ। ਇਹ ਨਾ ਤਾਂ ਅਕਾਲੀ ਦਲ ਅੰਮ੍ਰਿਤਸਰ ਦਾ ਝੰਡਾ ਹੈ, ਇਹ ਝੰਡਾ ਹੈਗਾ ਪੰਥ ਤੇ ਕੌਮ ਦਾ। ਇਹ ਝੰਡਾ 16ਵੀਂ ਸਦੀ ਦੇ ਵਿੱਚ ਟੁੱਟ ਲਿਆ, ਤੇ ਜੇ ਇਹ ਝੰਡਾ, ਜਿਹੜੇ ਝੰਡੇ ਨੇ ਤਿਲਕ ਜੰਜੂ ਦੀ ਰੱਖਿਆ ਕੀਤੀ, ਜਿਹੜੇ ਝੰਡੇ ਨੇ ਚੀਨ ਦੀਆਂ ਹੱਦਾਂ ਦੇ ਉੱਤੇ, ਰਾਜਨਾਥ ਜਦੋਂ ਚੀਨ ਦੇ ਕੋਲੇ 29,000 ਸਕੁਅਰ ਕਿਲੋਮੀਟਰ ਚੀਨ ਨੂੰ ਲਟਾ ਦਿੰਦੇ ਆ, ਤੇ ਹੁਣ 9,000 ਸਕੁਅਰ ਕਿਲੋਮੀਟਰ ਉਹਨੂੰ ਲਟਾ ਦਿੰਦੇ ਆ, ਤੇ ਰਾਜਨਾਥ ਦੇ ਆ, ਤੇ ਉਹ ਕਹਿੰਦੇ ਦੇਸ਼ ਸੇਵਾ ਬਰਮੋਹੇ ਹੈ, ਸਭ ਕਰਮ ਕਹੂ ਨਾ ਟਰੈ ਹੈ, ਤੇ ਖਾਲਸੇ ਦਾ ਝੰਡਾ ਜਾਂਦਾ ਹੈ। ਤੇ ਇਹ ਝੰਡਾ ਜੇ ਲਹਿਰਾਇਆ ਵੀ ਜਾਵੇ, ਇਹਦਾ ਕਿਸੇ ਨੂੰ ਇਤਰਾਜ਼ ਕੀ ਹੈ? ਅਸੀਂ ਜਦੋਂ ਕਹਿੰਦੇ ਜਿਹਨੂੰ ਤਿਰੰਗਾ ਜਸਕਰਨ ਸਿੰਘ ਜੀ, ਤੁਹਾਡੀਆਂ ਉਦਾਹਰਨਾਂ ਦੇ ਨਾਲ, ਤੁਹਾਡੀ ਮਿਸਾਲ ਦੇ ਨਾਲ ਕੋਈ ਉਹ ਨਹੀਂ ਹੈਗਾ ਕਿ ਵਿਰੋਧ ਕਰਦਾ ਪਿਆ, ਪਰ ਤੁਸੀਂ 15 ਅਗਸਤ ਦੇ ਦਿਨ ਇਹ ਕਿਉਂ ਤੁਸੀਂ ਕਹਿ ਰਹੇ ਹੋ? ਤਾਂ ਸਦਾ ਲਹਿਰਾਉਂਦਾ ਰਹਿੰਦਾ ਹੈ, ਉਹ ਦੱਸਣ ਦੀ ਲੋੜ ਥੋੜੀ ਹੈ ਇਸ ਦਿਨ ਲਹਿਰਾਓ। ਤੇ ਇੰਡੀਆ ਦਾ ਵੀ, ਇੰਡੀਆ ਦਾ ਜਿਹੜਾ ਝੰਡਾ ਉਹ ਵੀ, ਉਹਦਾ ਕਿਹੜਾ ਨਹੀਂ ਲਹਿਰਦਾ, ਉਹ ਵੀ ਲਹਿਰਦਾ ਰਹਿੰਦਾ ਹੈ। ਹਾਂ, ਇਸ ਕਰਕੇ ਪੰਥ ਦਾ ਝੰਡਾ ਜੇ ਰਹਿੰਦਾ ਹੈ, ਜਿਹੜਾ ਕੋਈ ਪੰਥ ਦਾ ਝੰਡਾ, ਖਾਲਸੇ ਦਾ ਝੰਡਾ ਕੋਈ ਲਾ ਦੂਗਾ, ਇਹ ਤਾਂ ਅਸੀਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ। ਨਹੀਂ ਤੁਸੀਂ ਲਗਾਤਾਰ ਤੁਸੀਂ ਮਨੁੱਖਤਾ ਦੇ ਝੰਡੇ, ਤੁਸੀਂ ਮਨੁੱਖਤਾ ਦੇ ਨਿਸ਼ਾਨ ਦੀ ਗੱਲ ਕਰਦੇ ਹੋ ਨਾ, ਮਨੁੱਖਤਾ ਨਿਸ਼ਾਨ ਸਾਹਿਬ ਦੀ ਗੱਲ ਕਰ ਰਹੇ ਹੋ ਜਸਕਰਨ ਸਿੰਘ ਜੀ। ਮਨੁੱਖਤਾ ਦੀ ਗੱਲ ਤਾਂ ਪੂਰਾ ਸਦੀਆਂ ਤੱਕ ਹੁੰਦੀ ਆਈ ਹੈ ਤੇ ਹੁੰਦੀ ਰਹੂਗੀ ਸਰ, 24/7 ਹੁੰਦੀ ਰਹੂਗੀ। ਤੁਸੀਂ ਨਾ ਜੇ ਇਹ ਝੰਡਾ ਕਹਿਤਾ ਸੀ, ਇਹ ਤਾਂ ਸਮਾਂ ਆਪਣਾ, ਜੇ ਇਹ ਖਾਲਸੇ ਦਾ ਝੰਡਾ ਲਹਿਰਿਆ ਤੇ ਤਾਂਹੀਓ ਇੰਡੀਆ ਦਾ ਝੰਡਾ ਬਣਿਆ। ਜੇ ਖਾਲਸਾ ਨਾ ਲੜਦਾ ਤੇ ਇੰਡੀਆ ਦਾ ਝੰਡਾ ਨਹੀਂ ਸੀ ਬਣਨਾ। ਇਸ ਕਰਕੇ ਇੰਡੀਆ ਦੇ ਝੰਡੇ ਨੂੰ ਬਚਾਉਣ ਵਾਲਾ ਇਹ ਖਾਲਸੇ ਦਾ ਝੰਡਾ ਹੈ। ਹੁਣ ਇਹ ਝੰਡੇ ਤੋਂ ਆਪਾਂ ਨਫ਼ਰਤ ਕਿਉਂ ਕਰਦੇ ਹਾਂ? ਦੂਜੇ ਪਾਸੇ ਇਸ ਤੋਂ ਪਹਿਲਾਂ ਜਸਕਰਨ ਸਿੰਘ ਜੀ ਤੁਸੀਂ ਕਾਲ ਕੀਤੀ ਹੈ ਕਦੇ? ਇਸ ਤੋਂ ਪਹਿਲਾਂ ਕਦੇ ਕਾਲ ਦਿੱਤੀ ਹੈ ਤੁਸੀਂ? 15 ਅਗਸਤ ਵੇਲੇ ਤੁਸੀਂ ਕੇਸਰੀ ਝੰਡਾ ਲਹਿਰਾਓ। ਆ ਪਿਛਲੇ ਸਾਲ ਵੀ ਸੀਗੀ, ਪਿਛਲੇ ਸਾਲ ਵੀ ਸੀ, ਉਦੋਂ ਪਿਛਲੇ ਸਾਲ ਵੀ ਅਸੀਂ ਆਏ ਸਾਲ ਹੀ ਕਰਦੇ ਆਂ। ਇਹ ਅੱਜ ਪਤਾ ਨਹੀਂ ਕਿਉਂ ਬਣ ਗਿਆ ਇਸ਼ੂ, ਆਏ ਸਾਲ ਹੀ ਅਸੀਂ ਚੜਾਉਣੇ ਆ। ਚਲੋ, ਕਿਉਂਕਿ ਅਸੀਂ ਇਹ ਕਹਿੰਦੇ ਆ ਕਿ ਇਹ ਜਿਹੜਾ ਇੰਡੀਆ ਦਾ ਝੰਡਾ ਹੈ, ਇੰਡੀਆ ਦਾ ਝੰਡਾ ਦੇਸ਼ ਦੀ ਵੰਡ ਤੋਂ ਬਾਅਦ ਇੰਡੀਆ ਦਾ ਝੰਡੇ ਦੇ ਬਣਾਉਣ ਵੇਲੇ ਸਿੱਖ ਕੌਮ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ ਗਿਆ। ਇਹ ਤਾਂ ਕਹਿੰਦੇ ਆ ਜਿਹੜਾ ਉੱਪਰਲਾ ਰੰਗ ਹੈ, ਹਰਾ ਰੰਗ ਹੈ, ਉਹ ਹੈਗਾ ਬੀਜੇਪੀ ਤੇ ਆਰਐਸਐਸ ਦਾ ਰੰਗ ਹੈ। ਜਿਹੜਾ ਵਿਚਲਾ ਕ੍ਰਿਸਚਨਾਂ ਦਾ ਰੰਗ ਹੈ, ਸ਼ੋਕਜ਼ੇਕਰ ਜੈਨੀਆਂ ਤੇ ਬੋਧੀਆਂ ਦਾ, ਹਰਾ ਰੰਗ ਮੁਸਲਮਾਨ ਕੌਮ ਦਾ। ਇਹ ਇਸ਼ੂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਦੋਂ 1999 2004 ਪਾਰਲੀਮੈਂਟ ਦੇ ਉਠਾਇਆ ਸੀਗਾ। ਇਸ ਕਰਕੇ ਸਾਡਾ ਇਸ ਝੰਡੇ ਦੇ ਵਿੱਚ ਸਾਡਾ ਕਲਰ ਆ ਸੈਫਰਨ, ਉਹ ਕਲਰ ਵਿੱਚ ਪਾਉਣਾ ਚਾਹੀਦਾ ਸੀ, ਪਰ ਇਸ ਕਰਕੇ ਇਹ ਝੰਡੇ ਦੇ ਵਿੱਚ ਸਿੱਖ ਕੌਮ ਦਾ ਰੰਗ ਹੈ ਹੀ ਨਹੀਂਗਾ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਠੀਕ ਹੈ, ਇਸ ਕਰਕੇ ਇਸ ਝੰਡੇ ਸੋਚ ਨੇ ਸਾਡਾ ਦਰਬਾਰ ਸਾਹਿਬ ਢਾਇਆ, ਸਾਡੇ ਗਲਾਂ 'ਚ ਟਾਇਰ ਪਾਏ ਆ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪਤੀਆਂ ਕੀਤੀਆਂ, ਤੇ ਸਾਡੇ ਕਿਸਾਨਾਂ ਨੂੰ ਇਹਨਾਂ ਨੇ ਕਾਲੇ ਕਾਨੂੰਨ ਲਾਗੂ ਕਰਕੇ ਮਾਰਿਆ। ਤੇ ਇਹ ਝੰਡੇ ਨੇ ਸਦਾ ਹੀ ਸਾਨੂੰ ਗੁਲਾਮੀ ਵੱਲ ਰੱਖਿਆ। ਪਰ ਜਿਹੜਾ ਤਿਰੰਗਾ ਚੜਾਉਂਦਾ ਉਹ ਚੜਾਈ ਜਾਵੇ, ਆਪਦੇ ਘਰ ਤੇ 2 ਲਾਵੇ, 4 ਲਾਵੇ, 5 ਦੇ ਨਾਲ ਸਾਡਾ ਕੋਈ ਵਿਰੋਧ ਨਹੀਂ। ਪਰ ਅਸੀਂ ਕਹਿੰਦੇ ਸਿੱਖ ਕੌਮ ਨੂੰ ਅਪੀਲ ਆ ਕਿ ਤੁਸੀਂ ਆਪਣਾ ਕੇਸਰੀ ਝੰਡਾ ਸਾਰੇ ਚਲਾਓ। ਤੇ ਮੈਂ ਤਾਂ ਇਹਨਾਂ ਵੀਰਾਂ ਨੂੰ ਵੀ ਕਹਿਣਾ ਯਾਰ, ਇਸ ਕੇਸਰੀ ਝੰਡੇ ਨੇ ਤਾਂ ਆਪਾਂ ਨੂੰ ਸਾਰਿਆਂ ਨੂੰ ਬਚਾਇਆ, ਨਹੀਂ ਤਾਂ ਅੱਜ ਨੂੰ ਜੇ ਕਿਤੇ ਕੇਸਰੀ ਝੰਡਾ ਨਾ ਹੁੰਦਾ ਮੋਦੀ ਮੁਕਤ ਹੋਣੇ ਸੀ, ਅਮਿਤ ਸ਼ਾਹ ਜੀ ਹੋਣੇ, ਅਮਿਤ ਮੁਕਤ ਹੋਣੇ ਸੀ। ਇਸ ਕਰਕੇ ਝੰਡਾ ਯਾਰ ਖਾਲਸੇ ਦਾ। ਚਲੋ ਠੀਕ ਹੈ ਜਸਕਰਨ ਜੀ, ਤੁਹਾਡਾ ਆਰਗੂਮੈਂਟ ਆ ਗਿਆ। ਪਲੀਜ਼ ਰੁਕ ਜਾਓ ਜਸਕਰਨ ਜੀ, ਰੁਕ ਜਾਓ ਸਰ। ਜਸਕਰਨ ਜੀ ਆਪਾਂ ਸਿਆਸੀ ਭਾਸ਼ਣ ਦੇਣ ਲੱਗ ਪਏ ਨੇ, ਰੁਕ ਜਾਓ ਸਰ ਹੁਣ ਇੱਕ ਮਿੰਟ। ਮੇਜਰ ਆਰਪੀਐਸ ਮਲਹੋਤਰਾ ਤੁਹਾਡੇ ਲੀਡਰ, ਮੈਂ ਆ ਰਿਹਾ ਸਰ, ਜਸਕਰਨ ਜੀ ਆ ਰਿਹਾ ਸਰ,
ਜਸਕਰਨ ਜੀ ਆ ਰਿਹਾ ਸਰ, ਰੁਕ ਜਾਓ ਸਰ, ਇੱਕ ਵਧੀਆ ਮਿੰਟ ਡਿਬੇਟ ਕਰੀਏ। ਤੁਹਾਡਾ ਆਰਗੂਮੈਂਟ ਆ ਗਿਆ ਸਰ ਜਸਕਰਨ ਮੈਂ ਜੀ, ਨਹੀਂ ਬੋਲਦਾ ਜਿੰਨਾ ਚਿਰ ਵਧੀਆ ਗੱਲ ਕਰ। ਤੁਹਾਡਾ ਆਰਗੂਮੈਂਟ ਆ ਗਿਆ ਜਸਕਰਨ ਜੀ, ਤੁਹਾਡਾ ਆਰਗੂਮੈਂਟ ਆ ਗਿਆ ਸਰ। ਮੇਜਰ ਆਰਪੀਐਸ ਮਲਹੋਤਰਾ, ਅਰਵਿੰਦ ਕੇਜਰੀਵਾਲ ਹਰਾਂ ਨੇ ਜਦੋਂ ਕਿਹਾ ਕਿ 14 ਤਰੀਕ ਨੂੰ ਸ਼ਾਮ ਨੂੰ 5 ਵਜੇ ਝੰਡੇ ਚੱਕ ਲਓ ਤੇ ਦੂਜੇ ਪਾਸਿਓਂ ਬਿਆਨ ਆਉਣੇ ਸ਼ੁਰੂ ਹੋ ਗਏ ਇਹ ਤਾਂ ਪਾਕਿਸਤਾਨ ਦਾ ਆਜ਼ਾਦੀ ਦਿਵਸ ਹੁੰਦਾ ਹੈ। ਆਪਾਂ ਕਿਹੋ ਜੀ ਪੋਲਿਟਿਕਸ ਵਿੱਚ ਪਏ ਹੋਏ ਹਾਂ ਮੇਜਰ ਆਰਪੀਐਸ ਮਲਹੋਤਰਾ? ਜਦੋਂ ਇੱਕ ਵਾਰੀ ਮੁਹਿੰਮ ਦੀ ਗੱਲ ਹੋ ਗਈ ਹੈ ਫਿਰ ਲੀਡਰ ਵੱਖ-ਵੱਖ ਬਿਆਨ ਕਿਉਂ ਦਿੰਦੇ ਪਏ ਆ ਕਿ ਸਾਰੇ ਆਪਦੇ ਆਪ ਨੂੰ ਲੀਡਰ ਮਿਸਟਰ ਮੋਦੀ ਦੇ ਬਰਾਬਰ ਸਾਬਤ ਕਰਨ ਦੀ ਕੋਸ਼ਿਸ਼ 'ਚ ਲੱਗੇ ਆ? ਅਰਵਿੰਦ ਕੇਜਰੀਵਾਲ ਇਸੇ ਏਜੰਡੇ ਤੇ ਹੈ ਮਿਸਟਰ ਮਲਹੋਤਰਾ? ਦੇਖੋ ਕੇਪੀ ਜੀ, ਦੋ ਝੰਡਿਆਂ ਦੀ ਗੱਲ ਹੋ ਰਹੀ ਹੈ, ਤਿਰੰਗੇ ਦੀ ਤੇ ਨਿਸ਼ਾਨ ਸਾਹਿਬ ਦੀ। ਸਾਨੂੰ ਦੋਨਾਂ ਤੇ ਹੀ ਮਾਣ ਹੈਗਾ, ਦੋਨਾਂ ਦਾ ਆਪਣਾ ਆਪਣਾ ਸਥਾਨ ਹੈਗਾ ਔਰ ਦੋਨਾਂ ਦੇ ਹੀ ਆਪਣੇ ਆਪਣੇ ਖਾਸ ਦਿਨ ਵੀ ਹੈਗੇ ਆ। ਠੀਕ ਹੈ, ਨਾਰਮਲ ਟਾਈਮ ਵਿੱਚ 365 ਦਿਨ ਦੋਵੇਂ ਹੀ ਲਹਿਰਾਉਂਦੇ ਹੈਗੇ ਆ, ਪਰ ਇਹ ਬੜੀ ਮੰਦਭਾਗੀ ਗੱਲ ਹੈਗੀ ਹੈ ਜਿਹੜੀ ਕਿ ਕਨਫਲਿਕਟਿੰਗ ਸਿਚੁਏਸ਼ਨ ਜਿਹੜੀ ਹੈ ਕ੍ਰੀਏਟ ਕੀਤੀ ਜਾ ਰਹੀ ਹੈਗੀ ਹੈ। ਇੱਕ ਧਰਮ ਨਿਰਪੱਖ ਦੇਸ਼ ਦੇ ਵਿੱਚ ਜਿਹੜਾ 75 ਸਾਲ ਪੁਰਾਣਾ ਹੋ ਗਿਆ ਔਰ ਜਿੱਥੇ ਲੋਕਾਂ ਨੂੰ ਹਜੇ ਬਿਜਲੀ, ਪਾਣੀ, ਸਿਹਤ, ਸਿੱਖਿਆ, ਰੋਜ਼ਗਾਰ ਦੀਆਂ ਸਹੂਲਤਾਂ ਨਹੀਂ ਮਿਲੀਆਂ, ਇਹ ਜਿਹੜੀ ਸਾਜ਼ਿਸ਼ ਹੈਗੀ ਹੈ ਇਹ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਭਟਕਾਉਣ ਦੀ ਹੈਗੀ ਆ। ਦੇਖੋ, ਏਜੰਡਾ ਇਹ ਹੋਣਾ ਚਾਹੀਦਾ ਹੈ ਕਿ ਲੋਕਾਂ ਦਾ ਜੀਵਨ ਪੱਧਰ ਕਿਵੇਂ ਉੱਚਾ ਚੱਕਣਾ ਹੈ, ਲੋਕਾਂ ਨੂੰ ਸਿਹਤ, ਸਿੱਖਿਆ, ਰੋਜ਼ਗਾਰ ਕਿਵੇਂ। ਬਿਲਕੁਲ ਇਹ ਸਾਜ਼ਿਸ਼ ਹੈ। ਬਿਲਕੁਲ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਆਪਣੀ ਡਿਊਟੀ ਨਾ ਕਰਕੇ ਜਿਹੜਾ ਦੇਸ਼ ਦਾ ਪੈਸਾ ਕਾਰਪੋਰੇਟ ਘਰਾਣਿਆਂ ਵੱਲ ਤੋਰ ਰਹੀਆਂ ਹੈਗੀਆਂ, ਆਮ ਲੋਕਾਂ ਨੂੰ ਜੀਵਨ ਦੀਆਂ ਸੁੱਖ ਸੁਵਿਧਾਵਾਂ ਤੋਂ, ਮੁੱਢਲੀਆਂ ਸੁਵਿਧਾਵਾਂ ਤੋਂ ਵਾਂਝਿਆ ਰੱਖ ਰਹੀਆਂ ਹੈਗੀਆਂ, ਉਹ ਲੋਕਾਂ ਦਾ ਧਿਆਨ ਭਟਕਾ ਰਹੀਆਂ ਹੈਗੀਆਂ। ਤੇ ਨਾਲ ਹੀ ਕੁਝ ਐਸੀਆਂ ਤਾਕਤਾਂ ਹੈਗੀਆਂ ਜਿਹੜੀਆਂ ਕਿ ਇਹ ਮੁੱਦੇ ਕ੍ਰੀਏਟ ਕਰਕੇ ਹੋਰ ਪਾਸੇ ਲੋਕਾਂ ਨੂੰ ਲਿਜਾਣਾ ਚਾਹੁੰਦੀਆਂ। ਆਮ ਲੋਕਾਂ ਦੇ ਖਿਲਾਫ ਸਾਜ਼ਿਸ਼ ਹੈ, ਆਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨਾ ਮਿਲਣ, ਆਮ ਲੋਕ ਮੁੱਢਲੀਆਂ ਸਹੂਲਤਾਂ ਬਾਰੇ ਨਾ ਸੋਚਣ ਤੇ ਇਹਨਾਂ ਮੁੱਦਿਆਂ ਵਿੱਚ ਉਲਝ ਕੇ ਰਹਿ ਜਾਣ, ਇਹ ਸਾਜ਼ਿਸ਼ ਹੈਗੀ ਹੈ। ਤੁਸੀਂ ਦੇਖੋ ਕਿ ਸਾਡਾ ਝੰਡਾ ਜਿਹੜਾ ਤਿਰੰਗਾ ਝੰਡਾ ਹੈਗਾ, ਲੋਕਾਂ ਦੇ ਮਾਣ ਦਾ ਤੇ ਵਫਾਦਾਰੀ ਦਾ ਪ੍ਰਤੀਕ ਹੈਗਾ। ਇੱਕ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਬੜਾ ਸਵਾਲ ਅਸੀਂ ਪੁੱਛ ਰਹੇ ਝੰਡੇ ਵਾਲੇ ਸਿਆਸੀ ਘਮਸਾਨ ਨਾਲ ਭਾਰਤ ਦਾ ਭਵਿੱਖ ਕੀ ਹੈ? ਮਿਸਟਰ ਮਲਹੋਤਰਾ, ਤੁਸੀਂ ਉਸ ਨੂੰ ਜਸਟੀਫਾਈ ਨਹੀਂ ਕੀਤਾ ਸਾਜ਼ਿਸ਼ ਵਾਲੇ ਆਪਣੇ ਆਰਗੂਮੈਂਟ ਨੂੰ। ਮੈਂ ਆ ਰਿਹਾ ਮਿਸਟਰ ਜਸ਼ਨ। ਦੇਖੋ, ਮੈਂ ਇੱਕ ਪਿੱਛੇ ਅੱਜ ਕੱਲ ਨਾ ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਕਾਰਟੂਨ ਚੱਲ ਰਿਹਾ ਹੈ, ਉਸ ਵਿੱਚ ਇੱਕ ਗਰੀਬ ਬੰਦਾ ਇੱਕ ਅਫਸਰ ਨੂੰ ਕਹਿ ਰਿਹਾ, ਜਨਾਬ ਮੈਂ ਆਪਣੇ ਘਰ ਦੇ ਉੱਤੇ ਝੰਡਾ ਲਗਾਉਣਾ ਚਾਹਨਾ, ਤਿਰੰਗਾ ਲਗਾਉਣਾ ਚਾਹਨਾ, ਮੈਂ ਤਿਰੰਗਾ ਤਾਂ ਖਰੀਦ ਲਿਆ, ਕਿਰਪਾ ਕਰਕੇ ਮੈਨੂੰ ਘਰ ਦੇ ਦਿਓ। ਕੇਪੀ ਜੀ, ਇਹ ਇੱਕ ਛੋਟਾ ਜਿਹਾ ਕਾਰਟੂਨ ਜਿਹੜਾ ਇਹ ਬੜੀ ਵੱਡੀ ਕਹਾਣੀ ਕਹਿੰਦਾ ਹੈਗਾ ਕਿ ਸਾਡੀਆਂ ਦੇਸ਼ ਦੀਆਂ ਸਰਕਾਰਾਂ ਨੇ ਸਾਡੇ ਦੇਸ਼ ਦੇ ਲੋਕਾਂ ਲਈ ਕੀਤਾ ਕੁਛ ਨਹੀਂ। ਉਹਨਾਂ ਨੂੰ ਸਿਹਤ, ਸਿੱਖਿਆ, ਰੋਜ਼ਗਾਰ, ਘਰ, ਤੁਸੀਂ ਉਸ ਕਾਰਟੂਨ ਦਾ ਜ਼ਿਕਰ ਤਾਂ ਕਰ ਲਿਆ, ਉਹਦੇ ਵਿੱਚ ਬਹੁਤ ਵੱਡਾ ਮੈਸੇਜ ਹੈ, ਸੁਣ ਲਓ ਨਾ ਮਿਸਟਰ ਮਲਹੋਤਰਾ। ਤੁਹਾਡੇ ਲੀਡਰ ਫਿਰ ਕਿਉਂ ਕਹਿ ਰਹੇ 14 ਅਗਸਤ ਨੂੰ ਝੰਡੇ ਚੱਕ ਲਓ ਸਰ? ਇਹ ਮੈਂ ਤੁਸੀਂ ਉਹਦੇ ਵਿੱਚ ਸ਼ਾਮਲ ਹੋ? ਉਹਨਾਂ ਦਾ ਕੋਈ ਛੁਪਿਆ ਹੋਇਆ ਏਜੰਡਾ ਨਹੀਂ ਹੈ, ਉਹ ਤਾਂ ਸਿਰਫ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਆ, ਦੇਸ਼ ਦੇ ਲੋਕਾਂ ਲਈ ਕੰਮ ਕਰ ਰਹੇ ਆ। ਉਹਨਾਂ ਨੇ ਦੇਸ਼ ਭਗਤੀ ਦੀ ਭਾਵਨਾ ਵਜੋਂ ਉਹਨਾਂ ਨੇ ਕਿਹਾ ਹੈਗਾ। ਸਰ, ਤੁਸੀਂ ਇੱਕ ਪਾਸੇ ਕਹਿ ਰਹੇ ਹੋ ਤੁਸੀਂ ਮਿਸਟਰ ਮਲਹੋਤਰਾ ਭੁੱਖੇ ਢਿੱਡ ਝੰਡਾ ਕਿਵੇਂ ਚੱਕੀਏ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹ ਦੇਸ਼ ਭਗਤੀ ਵਿੱਚ ਲੀਨ ਹੈ। ਕੇਪੀ ਜੀ, ਸਾਡੀ ਸਰਕਾਰ ਨੇ ਦਿੱਲੀ ਵਿੱਚ ਕੀਤਾ ਨਹੀਂ ਲੋਕਾਂ ਲਈ, ਪੰਜਾਬ ਵਿੱਚ ਕਰ ਨਹੀਂ ਰਹੀ ਹੈਗੀ। ਲੋਕਾਂ ਦੀ ਜ਼ਿੰਦਗੀ ਬਦਲਤੀ ਹੈ, ਲੋਕਾਂ ਦਾ ਜੀਵਨ ਪੱਧਰ ਉੱਚਾ ਕਰਤਾ ਹੈਗਾ, ਸਾਡੀ ਸਰਕਾਰ ਨੇ ਕੀਤਾ ਹੈਗਾ। ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਹ ਪਿਓਰਲੀ ਦੇਸ਼ ਭਗਤੀ ਦੀ ਭਾਵਨਾ ਦੇ ਵਜੋਂ ਕਹੀ ਹੈ ਵੀ 24 ਘੰਟੇ ਪਹਿਲਾਂ ਸ਼ੁਰੂ ਕਰ ਲਓ। ਮਿਸਟਰ ਮੋਦੀ ਦੇਸ਼ ਭਗਤ ਨਹੀਂ ਹੈਗੇ? ਦੇਖੋ, ਜੇ ਮਿਸਟਰ ਮੋਦੀ ਦੇਸ਼ ਭਗਤ ਹੋਣਗੇ ਪਰ ਉਸ ਤੋਂ ਜ਼ਿਆਦਾ ਅਦਾਨੀ ਭਗਤ, ਅੰਬਾਨੀ ਭਗਤ ਹੈਗੇ, ਦੇਸ਼ ਦੇ ਲੋਕਾਂ ਦੇ ਪ੍ਰਤੀ ਵਫਾਦਾਰ ਨਹੀਂ ਹੈਗੇ। ਠੀਕ ਹੈ ਜਸ਼ਨ ਚਾਹਲ, ਤੁਹਾਡੀ ਇੱਕ ਵੱਖਰੀ ਲਾਈਨ ਹੈ, ਤੁਸੀਂ ਸੰਘ ਤੇ ਅਟੈਕ ਕਰਨਾ ਸ਼ੁਰੂ ਕਰਤਾ, ਤੁਸੀਂ ਇਸ ਮੌਕੇ ਵੀ ਨਹੀਂ ਇਕੱਠੇ ਹੋਣਾ ਚਾਹ ਰਹੇਗੇ ਮਿਸਟਰ ਚਾਹਲ? ਇਸ ਗੱਲ ਤੇ ਅਟੈਕ ਕਰਨਾ ਨਹੀਂ ਸ਼ੁਰੂ ਕੀਤਾ, ਪਰ ਜਿਸ ਤਰ੍ਹਾਂ ਝੰਡੇ ਤੇ ਸਿਆਸਤ ਬੀਜੇਪੀ ਨੇ ਕੀਤੀ ਹੈ ਵੀ ਝੰਡਾ ਥੋਪਿਆ ਜਾ ਰਿਹਾ ਹੈ, ਝੰਡਾ ਕਿਸੇ ਵੀ EMPLOYEE ਨੂੰ ਪੈਸੇ ਕੱਟੇ ਜਾ ਰਹੇ ਉਹਦੇ ਖਾਤੇ ਚੋਂ। ਹਾਂ, ਤੁਸੀਂ ਝੰਡੇ ਬਾਰੇ ਦੱਸੋ, ਝੰਡੇ ਦਾ ਪ੍ਰਤੀਕ ਹੈ, ਝੰਡਾ ਲਹਿਰਾਉਣਾ ਚਾਹੀਦਾ, ਆਪਣੇ ਲਹਿਰਾਉਣਾ ਚਾਹੀਦਾ ਝੰਡਾ ਏਕਤਾ ਦਾ, ਕਿਉਂਕਿ 15 ਅਗਸਤ ਤੇ, ਪਰ ਜਿਸ ਤਰੀਕੇ ਨਾਲ ਇਹ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਸਾਡੀ ਸਹਿਮਤੀ ਨਹੀਂ ਹੈ।
ਭਾਰਤ ਜੋੜੋ ਯਾਤਰਾ ਕਾਂਗਰਸ ਵੱਲੋਂ ਕੱਢੀ ਜਾ ਰਹੀ ਹੈ, ਉਹਦੇ 'ਚ ਅਸੀਂ ਏਕਤਾ ਦਾ ਪ੍ਰਤੀਕ ਦੇ ਰਹੇ ਹਾਂ ਵੀ ਸਾਰਾ ਭਾਰਤ ਇੱਕ ਹੈ, ਕੋਈ ਧਰਮਾਂ ਦੀ ਸਿਆਸਤ ਨਹੀਂ ਹੈ, ਕੋਈ ਕਿਸੇ ਤੌਰ ਦੀ ਉਹਦੇ ਤੇ ਸਿਆਸਤ ਨਹੀਂ ਕੀਤੀ ਜਾ ਰਹੀ। ਪਰ ਜੇ ਆਪਾਂ ਰੇਲਵੇ EMPLOYEES ਦੇ ਪੈਸੇ ਕੱਟ ਰਹੇ ਹਾਂ, ਬੱਚਿਆਂ ਤੇ ਟੋਪ ਰਹੇ ਹਾਂ, ਆਪਾਂ ਰਾਸ਼ਨ ਵਾਲੀਆਂ ਦੁਕਾਨਾਂ ਤੇ ਝੰਡਾ ਤੋਪ ਰਹੇ ਹਾਂ, ਉਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਲੈ ਕੇ ਹੀ ਜਾਣਾ ਇੱਥੋਂ ਝੰਡਾ, ਉਹ ਤਰੀਕੇ ਨਾਲ ਅਸੀਂ ਸਹਿਮਤ ਨਹੀਂ ਹਾਂ, ਉਹ ਤਰੀਕਾ ਗਲਤ ਹੈ। ਤੁਸੀਂ ਝੰਡੇ ਬਾਰੇ ਜਾਗਰੂਕ ਕਰਾਓ ਸਾਰਿਆਂ ਨੂੰ, ਬੱਚਿਆਂ ਨੂੰ, ਵੱਡਿਆਂ ਨੂੰ, ਜਿੱਥੇ ਵੀ ਲੋੜ ਹੈ ਉੱਥੇ ਜਾ ਕੇ ਸੈਮੀਨਾਰ ਲਾਓ, ਝੰਡਾ ਲਹਿਰਾਵੇ, 15 ਅਗਸਤ ਨੂੰ ਸਾਰੇ ਦੇਸ਼ 'ਚ ਲਹਿਰਾਵੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਜਿਸ ਤਰੀਕੇ ਨਾਲ ਇਹ ਕੀਤਾ ਜਾ ਰਿਹਾ ਉਸ 'ਚ ਸਾਨੂੰ ਆਪੱਤੀ ਜ਼ਰੂਰ ਹੈ। ਕੇਸਰੀ ਝੰਡੇ ਤੇ ਕੋਈ ਇਤਰਾਜ਼ ਤਾਂ ਨਹੀਂ ਜੋ ਸ਼੍ਰੋਮਣੀ ਨਹੀਂ, ਅਕਾਲੀ ਦਲ ਕੇਸਰੀ ਨੇ ਝੰਡੇ ਤੇ ਕੋਈ ਸਰ ਕੇਸਰੀ ਝੰਡੇ ਤੇ ਕੋਈ ਇਤਰਾਜ਼ ਨਹੀਂ। ਦੋਨੇ ਝੰਡਿਆਂ ਦੀ ਆਪਦੀ ਅਹਿਮੀਅਤ ਹੈ। ਆਪਾਂ ਇੱਕ ਦੂਜੇ ਨਾਲ ਇਹਨਾਂ ਨੂੰ ਜੋੜ ਕੇ ਇਹਨਾਂ ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। 15 ਅਗਸਤ ਤੇ ਆਪਾਂ ਕੋਈ ਦੇਸ਼ ਦਾ ਝੰਡਾ ਲਹਿਰਾ ਰਹੇ ਹਾਂ, ਉਹਦੇ 'ਚ ਕੋਈ ਕਿਸੇ ਨੂੰ ਉਹਦੇ 'ਚ ਕੋਈ ਆਪੱਤੀ ਨਹੀਂ ਹੋਣੀ ਚਾਹੀਦੀ। ਜਿਹਨੇ ਕੇਸਰੀ ਝੰਡਾ ਲਹਿਰਾਉਣਾ ਉਹ ਆਪਦਾ ਕੇਸਰੀ ਝੰਡਾ ਵੀ ਸਾਰੇ ਲਹਿਰਾਉਣ, ਕਿਉਂਕਿ ਉਹ ਵੀ ਇੱਕ ਮਨੁੱਖਤਾ ਦਾ ਪ੍ਰਤੀਕ ਹੈ, ਏਕਤਾ ਦਾ ਪ੍ਰਤੀਕ ਹੈ। ਸੋ ਇਹਨਾਂ ਦੋਨਾਂ ਨੂੰ ਇਕੱਠਾ ਨਾ ਜੋੜਿਆ ਜਾਵੇ। ਗੁਰਦੁਆਰਾ ਸਾਹਿਬਾਨ ਤੇ ਤਿਰੰਗਾ ਲਹਿਰਾਇਆ ਜਾਣਾ ਚਾਹੀਦਾ। ਜਸ਼ਨ ਚਹਿਲ, ਸਿਆਸਤ ਇਸ ਤੇ ਵੀ ਹੋ ਰਹੀ ਹੈ। ਨਹੀਂ, ਗੁਰਦੁਆਰਾ ਸਾਹਿਬ ਤੇ ਜੀ ਗੁਰਦੁਆਰਾ ਸਾਹਿਬ ਦਾ ਆਪਦਾ ਜਿਹੜਾ ਆਪਣਾ ਝੰਡਾ ਹੈਗਾ, ਗੁਰਦੁਆਰਾ ਸਾਹਿਬ ਤੇ ਕੇਸਰੀ ਝੰਡਾ ਲਹਿਰਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦਾ ਉਹ ਝੰਡਾ ਉੱਥੇ ਹੀ ਲਹਿਰਾਇਆ ਜਾਣਾ ਚਾਹੀਦਾ। ਹਾਂ, ਬਤੌਰ ਹਿੰਦੁਸਤਾਨੀ, ਬਤੌਰ ਆਪਾਂ ਭਾਰਤ ਦੇ ਵਾਸੀ ਹੋਣ ਕਰਕੇ ਆਪਦੇ ਜਿੱਥੇ ਵੀ ਆਪਾਂ ਭਾਰਤ ਦਾ ਝੰਡਾ ਲਹਿਰਾਉਣਾ ਚਾਹੁੰਦੇ ਆ, ਆਪਦੇ ਘਰਾਂ 'ਚ ਲਹਿਰਾਉਣਾ ਚਾਹੁੰਦੇ ਆ, ਆਪਦੀਆਂ ਗੱਡੀਆਂ 'ਚ, ਆਪਦੇ ਕੋਲੇ, ਉੱਥੇ ਆਪਾਂ ਨੂੰ ਲਹਿਰਾਉਣਾ ਚਾਹੀਦਾ। ਪਰ ਉਹਦੇ 'ਚ ਇਹ ਹੈ ਵੀ ਭਾਰਤ ਦੇ ਝੰਡੇ ਤੇ ਵੀ ਆਪਾਂ ਨੂੰ ਦੇਖਣਾ ਚਾਹੀਦਾ ਵੀ ਉਹਦੀ ਬੇਅਦਬੀ ਨਾ ਕੀਤੀ ਜਾਵੇ, ਉਹਦੇ ਵੀ ਕੁਝ ਆਪਣੇ ਰੂਲ ਰੈਗੂਲੇਸ਼ਨ ਹੈ ਉਹ ਫੋਲੋ ਕਰਨੇ ਚਾਹੀਦੇ ਆ। ਡਾਕਟਰ ਕਮਲ ਸੋਈ, ਇਹ ਇਉਂ ਲੱਗਦਾ ਕਿ ਝੰਡਾ ਥੋਪਣ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਕਿਸੇ ਵੱਲੋਂ ਵੀ ਹੋਵੇ। ਮਿਸਟਰ ਸੋਈ, ਤੁਹਾਡੀ ਆਵਾਜ਼ ਨਹੀਂ ਆ ਰਹੀ, ਕਿਰਪਾ ਕਰਕੇ ਅਨਮਿਊਟ ਕਰ ਲਓ। ਏਪੀ ਜੀ, ਪਹਿਲੀ ਗੱਲ ਤੇ ਬੋਲੋ। ਇੱਕ ਦੇਸ਼ ਦਾ ਝੰਡਾ ਜਿਹੜਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਆਜ਼ਾਦ ਮੁਲਕ ਹਾਂ, ਜੇ ਉਹਦੇ ਉੱਪਰ ਕੋਈ ਸਿਆਸਤ ਕਰਨੀ ਚਾਹੁੰਦਾ ਹੈ ਤੇ ਇਹ ਤੋਂ ਸ਼ਰਮਨਾਕ, ਇਹ ਤੋਂ ਘਟੀਆ ਗੱਲ ਹੋ ਨਹੀਂ ਸਕਦੀ। ਅੱਜ ਕਿਸੇ ਤੁਹਾਡੀ ਡਿਬੇਟ ਦੇ ਵਿੱਚ ਕਿਸੇ ਨੇ ਕਿਹਾ ਕਿ ਜੀ ਜਿਹੜਾ ਸੈਫਰਨ ਕਲਰ ਹੈ ਉਹ ਬੀਜੇਪੀ ਦਾ, ਹੋਰਾ ਕਿਸੇ ਦਾ। ਏਦਾਂ ਦੀਆਂ ਘਟੀਆ ਗੱਲਾਂ ਕਰਕੇ ਅਸੀਂ ਆਪਣੇ ਦੇਸ਼ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ, ਜਿਹੜਾ ਕਿ ਹਰਗਿਜ਼ ਨਹੀਂ ਹੋਣਾ ਚਾਹੀਦਾ। ਜੇ ਝੰਡੇ ਨੂੰ, ਜੇ ਆਜ਼ਾਦੀ, ਜੇ ਸ਼ਰੇ ਬਿਲਕੁਲ ਬੇਇੱਜ਼ਤੀ ਹੈ ਸਾਡੇ ਸੁਤੰਤਰਤਾ ਸੈਨਾਨੀਆਂ ਦੀ, ਚਾਹੇ ਉਹ ਕਾਂਗਰਸੀ ਹੋਣ ਤੇ ਚਾਹੇ ਜਿਹੜੇ ਮਰਜ਼ੀ ਹੋਣ, ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ। ਆ ਬੇਇੱਜ਼ਤੀ ਹੈ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ, ਚੰਦਰ ਸ਼ੇਖਰ ਆਜ਼ਾਦ ਦੀ, ਵੀਰ ਸਾਵਰਕਰ ਦੀ, ਜਿਨ੍ਹਾਂ ਨੇ ਲੜ ਕੇ ਦੇਸ਼ ਆਜ਼ਾਦ ਕਰਾਇਆ ਤੇ ਦੇਸ਼ ਦਾ ਝੰਡਾ ਹੋਂਦ ਦੇ ਵਿੱਚ ਆਇਆ। ਜੇ ਅਸੀਂ ਅੱਜ ਆਜ਼ਾਦ ਮੁਲਕ 'ਚ ਆ ਤੇ ਤਾਂ ਹੀ ਸਾਡੇ ਕੋਲ ਝੰਡੇ, ਆਪਣੇ ਝੰਡੇ ਹੋਣ ਦੀ ਸਾਡੇ ਕੋਲ ਤੁਹਾਡੀ ਆਪੋਜੀਸ਼ਨ ਤਾਂ ਵੀਰ ਸਾਵਰਕਰ ਦੇ ਖਿਲਾਫ ਬੋਲਦੀ ਹੈ ਹਮੇਸ਼ਾ। ਹਾਂਜੀ, ਤੁਹਾਡੀ ਆਪੋਜੀਸ਼ਨ ਤਾਂ ਵੀਰ ਸਾਵਰਕਰ ਦੇ ਹਮੇਸ਼ਾ ਖਿਲਾਫ ਬੋਲਦੀ ਹੈ। ਚਲੋ ਹੁਣ ਜੋ ਇਹਨਾਂ ਦੇ ਮੂੰਹ ਥੋੜੀ ਫੜ ਲੈਣਾ ਜੀ। ਅੱਜ ਜੇ ਕੇਜਰੀਵਾਲ ਹੁਣੀ ਕਹਿ ਰਹੇ ਨੇ ਕਿ 14 ਅਗਸਤ ਨੂੰ ਝੰਡਾ ਹਰ ਘਰ 'ਚ ਕਰ ਦਿਓ, ਕਿ ਤੁਹਾਨੂੰ ਉਹਦੇ 'ਚ ਸਿਆਸਤ ਨਹੀਂ ਨਜ਼ਰ ਆਉਂਦੀ। ਕਿ ਹਿੰਦੁਸਤਾਨ ਦੀ ਸਰਕਾਰ ਨੇ ਕਿਹਾ ਕਿ 13, 14, 15 ਜੇ ਸਾਡੇ ਮੁਲਕ ਦੇ ਵਿੱਚ ਇੱਕ ਝੰਡਾ ਹਰ ਘਰ 'ਚ ਤਿਰੰਗਾ ਹੋਏਗਾ, ਸਾਡਾ ਝੰਡਾ ਹੋਏਗਾ, ਹਰ ਦੁਕਾਨ ਤੇ ਸਾਡਾ ਤਿਰੰਗਾ ਹੋਏਗਾ, ਝੰਡਾ ਹੋਏਗਾ, ਤੇ ਮੁਲਕ ਸਾਡਾ ਇੱਕ ਲੱਗੂਗਾ। ਤੇ ਜਾਤਾਂ ਪਾਤਾਂ 'ਚ ਵੰਡਿਆ ਮੁਲਕ ਜ਼ਰੂਰ ਸਹੀ ਹੈ ਜੀ, ਪੈਸੇ ਜ਼ਰੂਰ ਸਹੀ ਹੈ, ਪਰ ਤਰੀਕਾ ਸਹੀ ਹੈ, ਤੁਸੀਂ ਇਹ ਦੱਸੋ। ਹਰ ਪਾਰਟੀ ਨੂੰ ਸਪੋਰਟ ਕਰਨਾ ਚਾਹੀਦਾ। ਠੀਕ ਹੈ ਸੋਈ ਸਾਹਿਬ, ਠੀਕ ਹੈ ਮਿਸਟਰ ਚਹਿਲ। ਜਸਕੰਤ ਸਿੰਘ ਕਾਹਨ ਸਿੰਘ ਵਾਲਾ, ਤੁਸੀਂ ਕਿਤੇ ਇਹ ਸ਼ਬਦ ਬੋਲਿਆ ਕਿ ਤਿਰੰਗਾ ਨਾ ਲਹਿਰਾਓ, ਸਿੱਖ ਸਿਰਫ ਕੇਸਰੀ ਝੰਡਾ ਜਾਂ ਨਿਸ਼ਾਨ ਸਾਹਿਬ ਲਹਿਰਾਉਣ, ਇਹ ਸ਼ਬਦ ਬੋਲ ਰਹੇ ਹੋ ਤੁਸੀਂ ਜਸਕੰਤ ਸਿੰਘ? ਆ ਰਿਹਾ ਮਿਸਟਰ ਜਸ਼ਨ? ਗੱਲ ਹੈ ਜੀ, ਅਸੀਂ ਲਿਆਕਤਮੰਦ ਪਾਰਟੀਆਂ, ਲਿਆਕਤਮੰਦ ਹੈ, ਅਸੀਂ ਕਿਤੇ ਵੀ ਇਹ ਨਹੀਂ ਬੋਲਿਆ ਕਿ ਤੁਸੀਂ ਤਿਰੰਗਾ ਨਾ ਲਹਿਰਾਓ। ਜਿਹੜਾ ਜੀ ਕਰਦਾ ਉਹ ਤਿਰੰਗਾ ਲਹਿਰਾਵੇ, ਨਾ ਤਿਰੰਗੇ ਦੇ ਵਿੱਚ ਲਹਿਰਾਉਣ ਦੇ ਵਿੱਚ ਸਾਡੀ ਰੋਕ ਹੈ। ਅਸੀਂ ਤਾਂ ਇਹ ਕਹਿੰਦੇ ਆ ਕਿ ਅਸੀਂ ਜਿਹੜਾ ਕੇਸਰੀ ਨਿਸ਼ਾਨ ਹੈ ਉਹ ਆਪਣੇ ਘਰਾਂ ਤੇ ਚਹਿਲਾਓ, ਤੇ ਜਿਹੜਾ ਬਾਈ ਕੇਸਰੀ ਨਿਸ਼ਾਨ ਨਹੀਂ ਚਲਾਉਣਾ ਚਾਹੁੰਦਾ, ਤਿਰੰਗਾ ਚਲਾਉਣਾ, ਚਲਾਈ ਜਾਵੇ। ਦੂਜੇ ਪਾਸੇ ਮੈਨੂੰ ਇਹ ਦੱਸੋ, ਹੁਣ ਇੱਕ ਮਲਹੋਤਰਾ ਜੀ ਨੇ ਗੱਲ ਕਹੀ ਹੈ ਕਿ ਅੱਜ ਬਈ ਭੁੱਖਮਰੀ ਹੈ, ਅੱਜ ਸਾਰਾ ਕੁਝ ਹੈ, ਅੱਜ ਗਰੀਬੀ ਹੈ। ਗਰੀਬੀ ਹਟਾਓ ਦਾ ਨਾਰਾ 75 ਸਾਲ ਤੋਂ ਲੱਗ ਰਿਹਾ। ਗਰੀਬ ਤਾਂ ਜਿਉਂਦੀ ਤਿਉਂ ਗਰੀਬ ਹੈ, ਗਰੀਬ ਕੋਲੇ ਮਕਾਨ। ਅਸੀਂ ਕਦੋਂ ਰੋਕਦੇ ਆ? ਅਸੀਂ ਕਹਿੰਦੇ ਆ ਕਿ ਗਰੀਬਾਂ ਨੂੰ 15 ਅਗਸਤ ਨੂੰ, ਸਾਰੇ ਗਰੀਬਾਂ ਨੂੰ, ਜਿਹੜੇ ਪੜ੍ਹੇ ਆ ਮੁੰਡੇ, ਉਹਨਾਂ ਨੂੰ ਨੌਕਰੀਆਂ ਵੰਡ ਦਿਓ ਉਸ ਦਿਨ। ਅਸੀਂ ਕਹਿੰਦੇ ਆ ਕਿ ਇਹਨਾਂ ਸਾਰਿਆਂ ਨੂੰ ਉਸੇ ਦਿਨ ਘਰ ਦੇ ਦਿਓ ਨਵੇਂ। ਇਹ ਕਹਿਣ ਦੀ ਗੱਲ ਆ, ਪਰ ਦਿੰਦਾ ਕੋਈ ਨਹੀਂ ਹੈਗਾ। ਇਹ ਉੱਤੋਂ ਸਿਆਸਤ ਕਰੀ ਜਾਂਦੇ ਆ।
ਦੂਸਰੇ ਪਾਸੇ ਹੁਣ ਮੈਨੂੰ ਰਾਜਾ ਵੜਿੰਗ ਹੈ, ਰਾਜਾ ਵੜਿੰਗ ਹੁਣ ਕਿੱਧਰ ਤੁਰਿਆ ਹੋਇਆ? ਉਹ ਭਿੱਖੀਵਿੰਡ ਦੇ ਵਿੱਚ ਤਿਰੰਗਾ ਮਾਰਚ ਕਰ ਰਿਹਾ, ਇਹ ਤਿਰੰਗਾ ਮਾਰਚ ਕਰ ਰਿਹਾ, ਕੱਲ ਨੂੰ ਉਹ ਗਿੱਦੜਬਾਹਾ ਵਿੱਚ ਤਿਰੰਗਾ ਮਾਰਚ ਕਰ ਰਿਹਾ। ਇਸ ਕਰਕੇ ਇਹੋ ਜੀ ਚੜਾ ਨਹੀਂ ਕਰਨੀ ਚਾਹੀਦੀ। ਜਿਹੜੇ ਮੁਲਕ ਦਾ ਝੰਡਾ 15-15 ਰੁਪਏ ਵਿਕ ਜਾਵੇ, 10-10 ਰੁਪਏ ਵਿਕ ਜਾਵੇ, ਉਹਦੀ ਹਾਲਤ ਤੁਸੀਂ ਵੇਖ ਲਓ। ਚਲੋ ਠੀਕ, ਜਿਹੜਾ ਖਾਲਸੇ ਦਾ ਰਾਜਾ ਝੰਡਾ ਵੜਿੰਗ ਜੀ, ਅਸੀਂ ਜੇ ਸਾਰੇ ਰਾਜਾ ਵੜਿੰਗ ਜੀ ਜਸ਼ਨ ਚਾਲ ਦੀ ਗੱਲ ਸੁਣ ਲਈ ਇੱਕ ਮਿੰਟ। ਜੇ ਰਾਜਾ ਵੜਿੰਗ ਤਿਰੰਗਾ ਮਾਰਚ ਕਰ ਰਿਹਾ ਉਹਦੇ 'ਚ ਕੀ ਆਪੱਤੀ ਹੈ? ਜਸ਼ਨ ਚਾਲ ਨੂੰ ਸਵਾਲ ਨਹੀਂ ਸੀਗਾ। ਇੱਕ ਮਿੰਟ ਜਸਕਰਨ ਸਿੰਘ, ਇੱਕ ਮਿੰਟ ਜਸਕਰਨ ਸਿੰਘ, ਇੱਕ ਮਿੰਟ ਸਵਾਲ ਹੈ। ਬੀਜੇਪੀ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕੀਤਾ। ਇੱਕ ਜੀ ਬੀਜੇਪੀ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਹੈ ਕਿ ਹਰਿਆਣੇ ਦੇ ਵਿੱਚ ਜੀ ਤੁਸੀਂ ਇੱਕ ਗੱਲ ਦਾ ਇੱਕ ਮਿੰਟ ਜਸ਼ਨ ਚਾਲ, ਇੱਕ ਮਿੰਟ ਪਲੀਜ਼, ਇੱਕ ਮਿੰਟ ਯਾਤਰਾ ਕਰ ਰਹੇ ਤਾਂ ਕੀ ਆਪੱਤੀ ਕਿਉਂ ਚੜੂਗਾ? ਹਾਂ ਠੀਕ ਹੈ। ਉਧਰ ਬੀਜੇਪੀ ਨੇ, ਇੱਕ ਮਿੰਟ ਜਸਕਰਨ ਜੀ, ਇੱਕ ਮਿੰਟ ਜਸਕਰਨ ਜੀ, ਦੂਜੇ ਦਾ ਕੇਜਰੀਵਾਲ ਦਾ ਹੁਕਮ ਮੰਨ ਕੇ ਦੂਜੇ ਦਾ ਆਰਗੂਮੈਂਟ ਵੀ ਲੈ ਲਾ। ਜਸ਼ਨ ਚਾਲ ਗੱਲ ਤਾਂ ਸੁਣੋ ਜੀ, ਮੇਰੀ ਗੱਲ ਤਾਂ ਹਾਂ ਦਿੱਲੀ ਵਾਲੀ ਗੱਲ ਸੁਣੀ ਦੀ ਹੈ। ਗੱਲ ਆਪਣੀ ਫਟਾਫਟ ਪੂਰੀ ਕਰੋ। ਇੱਕ ਪਾਸੇ ਭਗਵੰਤ ਮਾਨ ਦੀ ਸਰਕਾਰ ਨੇ DPI ਨੂੰ ਹੁਕਮ ਕਰ ਦਿੱਤਾ ਹੈ, ਇੱਕ ਆਰਡੀਨੈਂਸ ਜਾਰੀ ਕਰਦਾ ਹੈ ਕਿ ਇਹ ਝੰਡਾ ਸਾਰੇ ਗੁਰਦੁਆਰੇ ਦੇ ਵੀ ਚੜਾ ਦਿਓ ਤੇ ਸਕੂਲਾਂ ਦੇ ਵਿੱਚ ਵੀ ਚੜਾ ਦਿਓ। SGPC ਦੇ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਸਾਰੇ ਥਾਂ ਤੇ ਚੜਾ ਦਿਓ। ਇਹਦਾ ਆਰਡੀਨੈਂਸ ਜਾਰੀ ਕਰਨ ਦੀ ਕੀ ਲੋੜ ਪਈ ਸੀ? ਇਸ ਕਰਕੇ ਇਹ ਜਾਣਬੁੱਝ ਕੇ ਚੜਾ ਰਹੇ ਆ। ਠੀਕ ਜਿਹੜਾ ਮਾਨਵਤਾਵਾਦੀ ਆ ਉਹ ਸਾਰੀ ਕੌਮ ਦਾ ਸਭ ਨੂੰ ਬਚਾਇਆ। ਠੀਕ ਹੈ ਜਸਕਰਨ ਸਿੰਘ। ਮਿਸਟਰ ਮਾਲੀ, ਜਿਹੜੀ ਗੱਲ ਇਹ ਕਹਿ ਰਹੇ ਆ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਸ ਗੱਲ ਦੇ ਨਾਲ ਤੁਰਿਆ ਜਾਣਾ ਚਾਹੀਦਾ, ਕਿਉਂਕਿ ਕਈ ਥਾਵਾਂ ਤੋਂ ਇਹੋ ਜਿਹੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਮੈਂ ਕੋਸ਼ਿਸ਼ ਕਰ ਰਿਹਾ ਕਿ ਇਹੋ ਜਿਹੇ ਝਗੜਿਆਂ ਵਾਲੀਆਂ ਖਬਰਾਂ ਅਸੀਂ ਨਾ ਦਿਖਾਈਏ। ਜਦੋਂ ਧਾਰਮਿਕ ਸਥਾਨਾਂ ਤੇ ਝੰਡੇ ਲਹਿਰਾਉਣ ਵਾਲਾ ਜ਼ਿਕਰ ਹੋਣਾ ਸ਼ੁਰੂ ਹੋ ਜਾਵੇ ਮਾਲੀ ਸਾਹਿਬ, ਉਦੋਂ ਫਿਰ ਅਸੀਂ ਸਾਂਝ ਵਾਲੀ ਗੱਲ ਕਿੱਥੋਂ ਕਰਾਂਗੇ? ਮਾਲੀ ਸਾਹਿਬ, ਤੁਸੀਂ ਕਹਿੰਦੇ ਝੰਡਾ ਸਾਂਝ ਦਾ ਪ੍ਰਤੀਕ ਹੁੰਦਾ। ਕੇਪੀ ਜੀ ਦੇਖੋ, ਸਾਡੇ ਦੇਸ਼ ਦਾ ਬਣਨ ਦਾ ਇੱਕ ਇਤਿਹਾਸ ਆ, ਆਜ਼ਾਦੀ ਦੀ ਲਹਿਰ ਦਾ ਇੱਕ ਇਤਿਹਾਸ ਆ। ਦੇਸ਼ ਪੰਜਾਬ ਨੂੰ ਸਭ ਤੋਂ ਅਖੀਰ 'ਚ ਗੁਲਾਮ ਬਣਾਇਆ, ਲਹੂ ਦੀਆਂ ਨਦੀਆਂ ਡੋਲ ਕੇ, ਉਹਦਾ ਇੱਕ ਆਪਦਾ ਇਤਿਹਾਸ ਆ। ਇਤਿਹਾਸ ਨੂੰ ਜੇ ਅਸੀਂ ਨਿਰਪੱਖਤਾ ਨਾਲ ਦੇਖਾਂਗੇ ਕਿ ਸਾਰੀਆਂ ਲਹਿਰਾਂ ਕਿਵੇਂ ਚੱਲੀਆਂ, ਕਿਹੜੀ ਕਿਹੜੀ ਸਿਆਸਤ ਦਾ ਇਹਦੇ ਵਿੱਚ ਕੀ ਰੋਲ ਸੀ ਤੇ ਮੁੜ ਕੇ ਦੇਸ਼ ਬਣਿਆ ਕਿਹੜੀਆਂ ਧਾਰਨਾਵਾਂ ਦੇ ਆਧਾਰ ਤੇ ਬਣਿਆ, ਝੰਡਾ ਕਿਹੜੀਆਂ ਧਾਰਨਾਵਾਂ ਦੇ ਆਧਾਰ ਤੇ ਬਣਿਆ, ਫਿਰ ਤਾਂ ਥੋੜੀ ਜਿਹੀ ਖੁੱਲੇ ਮਨ ਨਾਲ ਅਸੀਂ ਬਹਿਸ ਕਰ ਸਕਦੇ ਹਾਂ, ਇੱਕ ਦੂਜੇ ਨੂੰ ਸੁਣ ਸਕਦੇ ਹਾਂ। ਜੇ ਤੁਸੀਂ ਇਤਿਹਾਸ ਨੂੰ ਵੱਢ ਕੇ ਆਪਣੇ ਮੌਜੂਦਾ ਸਿਆਸੀ ਮੌਜਿਆਂ ਦੇ ਮੇਚ ਦਾ ਕਰਨਾ, ਫਿਰ ਤਾਂ ਕਮਰ ਰੌਲੀ ਪੈਣੀ ਹੈ ਨਾ। ਨਹੀਂ ਬੀਜੇਪੀ ਨਹੀਂ ਮਾਲੀ ਸਾਹਿਬ ਬੀਜੇਪੀ ਦੇ ਸਪੋਕਸਪਰਸਨ ਮਾਲੀ ਸਾਹਿਬ ਬੀਜੇਪੀ ਦੇ ਸਪੋਕਸਪਰਸਨ ਸਿੱਧਾ ਕਹਿ ਰਹੇ ਆ ਅਸੀਂ ਤਾਂ ਸਿਆਸਤ ਕਰਦੇ ਨਹੀਂ ਪਏ, ਇਹ ਦੂਜੇ ਲੋਕ ਕਰਦੇ ਪਏ, ਇਹਨਾਂ ਨੂੰ ਪੁੱਛ ਲਓ। ਨਹੀਂ ਦੇਖੋ, ਇਹਨਾਂ ਦਾ ਹੱਕ ਆ। ਅੱਡ-ਅੱਡ ਪਾਰਟੀਆਂ ਦੇ ਜਿਹੜੇ ਬੁਲਾਰੇ ਬੋਲ ਰਹੇ ਨੇ, ਮੈਂ ਉਹਨਾਂ ਦਾ ਦਖਲ ਨਹੀਂ ਦਿੰਦਾ। ਉਹਨਾਂ ਦੇ ਆਪਦੇ ਵਿਚਾਰ ਨੇ, ਉਹ ਸਾਰਿਆਂ ਨੂੰ ਸੁਣਨਾ ਚਾਹੀਦਾ, ਨਿਰਪੱਖਤਾ ਨਾਲ ਸੁਣਨਾ ਚਾਹੀਦਾ, ਇੱਕ ਸਾਂਝੀ ਸੋਚ ਬਣਾਉਣੀ ਚਾਹੀਦੀ ਹੈ। ਡਿਸਕਸ਼ਨ ਦਾ ਫਾਇਦਾ ਤੇ ਇਹ ਹੈ। ਪਰ ਇੱਕ ਗੱਲ ਪੱਕੀ ਆ ਕਿ ਇਹ ਮੁਲਕ ਜਿਹੜਾ ਵੰਡਿਆ ਗਿਆ, ਦੋ ਕੌਮਾਂ ਦੇ ਫਿਰਕੂ ਸਿਧਾਂਤ ਦੇ ਆਧਾਰ ਤੇ ਵੰਡਿਆ ਗਿਆ ਤੇ ਸਭ ਤੋਂ ਵੱਡਾ ਉਜਾੜਾ ਪੰਜਾਬ ਦਾ ਹੋਇਆ। ਪੰਜਾਬ ਵੰਡਿਆ ਵੀ ਗਿਆ, ਟੁੱਕਿਆ ਵੀ ਗਿਆ। ਤੇ ਮਾਲੀ ਸਾਹਿਬ ਫਿਰ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਕਾਲ ਦੇ ਨਾਲ ਖੜੇ ਹੋ ਤੁਸੀਂ। ਇਹਦਾ ਮਤਲਬ ਪੰਜਾਬ ਤਿਰੰਗਾ ਨਾ ਲਹਿਰਾਵੇ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਮਾਲੀ ਸਾਹਿਬ? ਨਹੀਂ, ਮੇਰਾ ਦੇਖੋ ਕੋਈ ਕੀ ਕਰਦਾ, ਮੇਰਾ ਮਤਲਬ ਇਹ ਆ ਜਦੋਂ ਅਸੀਂ ਇਤਿਹਾਸ ਨੂੰ ਦੇਖਦੇ ਹਾਂ ਫਿਰ ਇੱਕ ਮੁਲਕ ਬਣਿਆ ਨਾ ਜੀ। ਮੈਂ ਇਹ ਕਿਹਾ ਮੁਲਕ ਇਹ ਰਾਜਾਂ ਨੇ ਬਣਾਇਆ। ਮੈਂ ਕਹਿੰਦਾ ਸੰਵਿਧਾਨ 'ਚ ਲਿਖਿਆ ਹੋਇਆ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ, ਇੰਡੀਆ ਕੋਈ ਵੱਖਰੀ ਕੌਮ ਨਹੀਂ। ਫਿਰ ਹੁਣ ਤੁਸੀਂ ਝੰਡੇ ਦੇ ਰੰਗਾਂ ਦੀ ਧਰਮ ਦੇ ਨਾਲ ਵਿਆਖਿਆ ਕਰੀ ਜਾਂਦੇ ਹੋ। ਦੇਖੋ, ਮੈਨੂੰ ਇਹਦੀ ਆਫੀਸ਼ੀਅਲ ਵਿਆਖਿਆ ਕੀ ਆ, ਮੈਂ ਉਹਦੇ ਬਾਰੇ ਜਾਣਦਾ ਨਹੀਂ। ਮਾਲੀ ਸਾਹਿਬ ਫਿਰ ਤੁਸੀਂ ਲਾਈਨ ਕਲੀਅਰ ਕਰੋ ਨਾ। ਮਾਲੀ ਸਾਹਿਬ, ਤੁਸੀਂ ਚਾਹੁੰਦੇ ਹੋ ਸਟੇਟ ਦੇ ਝੰਡੇ ਨਾਲ ਦੇਸ਼ ਦੇ ਝੰਡਿਆਂ ਨਾਲ ਲਹਿਰਾਏ ਜਾਣ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਸਟੇਟ ਦੇ ਝੰਡੇ ਵੱਖ-ਵੱਖ ਹੋਣੇ ਚਾਹੀਦੇ ਆ। ਜਿਹੜੇ ਰਾਜ ਨੇ ਦੇਸ਼ ਬਣਾਇਆ ਉਹਨੂੰ ਆਪਦਾ ਝੰਡਾ ਬਣਾਉਣ ਦਾ, ਚਲਾਉਣ ਦਾ ਹੱਕ ਆ। ਜੰਮੂ ਕਸ਼ਮੀਰ ਦਾ ਝੁਲਦੀ ਰਿਹਾ ਇੰਨਾ ਚਿਰ, ਤੇ ਉਹ ਕਿਹੜੇ ਲੋਕ ਆ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਲੜਾਈ 'ਚ ਸਾਥ ਨਹੀਂ ਦਿੱਤਾ, ਕਾਲੇ ਪਾਣੀਆਂ ਤੋਂ ਮਾਫੀਆਂ ਮੰਗ ਕੇ ਆਏ, ਕਿੰਨੇ ਸਾਲ ਤਿਰੰਗੇ ਨੂੰ ਮਾਨਤਾ ਨਹੀਂ ਦਿੱਤੀ, ਤੇ ਅੱਜ ਉਹ ਤਿਰੰਗੇ ਨੂੰ ਜਿਹੜਾ ਮੰਨੂ ਉਹਨੂੰ ਦੇਸ਼ 'ਚ ਰਹਿਣ ਦਾ ਹੱਕ ਆ, ਨਹੀਂ ਮੰਨੂ ਤਾਂ ਫਿਰ ਉਹਨੂੰ ਦੇਸ਼ 'ਚ। ਇਹ ਬਹੁਤ ਵੱਡੀ ਸਿਆਸਤ ਹੈ, ਇਹ ਬਹੁਤ ਵੱਡੀ ਸਿਆਸਤ ਹੈ ਮਾਲੀ ਸਾਹਿਬ। ਜਿਹੜਾ ਸਵਾਲ ਤੁਸੀਂ ਚੱਕਦੇ ਪਏ ਹੋ, ਇਸ ਸਵਾਲ ਤੇ ਵਾਪਸ ਆ ਰਹੇ ਹਾਂ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆ ਕੇ ਹੋਰ ਸਵਾਲ ਹੋਣਗੇ ਜ਼ਰੂਰ। ਝੰਡੇ ਤੇ ਕਿਹੜੇ ਸਿਆਸੀ ਏਜੰਡੇ? ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਬੜਾ ਸਵਾਲ ਅਸੀਂ ਪੁੱਛ ਰਹੇ ਹਾਂ, ਝੰਡੇ ਵਾਲੇ ਸਿਆਸੀ ਘਮਸਾਨ ਨਾਲ ਭਾਰਤ ਦਾ ਭਵਿੱਖ ਕੀ ਹੈ? ਮਿਸਟਰ ਮੋਹਤਰਾ,
ਤੁਸੀਂ ਕੋਈ ਆਰਡੀਨੈਂਸ ਜਾਰੀ ਕੀਤਾ? ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਬਹੁਤ ਵੱਡਾ ਸਵਾਲ ਖੜਾ ਕੀਤਾ। ਬਿਲਕੁਲ ਮੇਰੀ ਕੋਈ ਆਰਡੀਨੈਂਸ ਨਹੀਂ ਜਾਰੀ ਕੀਤਾ ਗਿਆ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਤੁਸੀਂ ਇਸ ਹੱਕ ਵਿੱਚ ਹੋ ਕਿ ਗੁਰਦੁਆਰਾ ਸਾਹਿਬਾਨਾਂ ਤੇ ਤਿਰੰਗੇ ਲਹਿਰਾਏ ਜਾਣ? ਦੇਖੋ, ਜੇ ਆਪਾਂ ਆਪਣੇ ਗੁਰੂਆਂ ਦੇ ਮਾਰਗ ਤੇ ਚੱਲੀਏ, ਉਹਨਾਂ ਦੀ ਜਿਹੜੀ ਸੋਚ ਹੈਗੀ ਹੈ, ਸਾਡੇ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਆਪਣਾ ਸੀਸ ਦਿੱਤਾ, ਯਾਨੀ ਕਿ ਉਹ ਦੇਸ਼ ਦੀ ਏਕਤਾ ਦੇ ਹੱਕ ਵਿੱਚ ਖੜੇ ਹੋਏ, ਦੇਸ਼ ਦੇ ਵਿੱਚ ਸ਼ਾਂਤੀ ਰਹੇ, ਲੋਕਾਂ ਵਿੱਚ ਸਦਭਾਵ ਰਹੇ। ਜੇ ਤਾਂ ਅਸੀਂ ਆਪਣੇ ਗੁਰੂਆਂ ਦੇ ਰਸਤੇ ਤੇ ਚੱਲਣਾ ਹੈਗਾ ਤਾਂ ਗੁਰਦੁਆਰਿਆਂ ਦੇ ਉੱਤੇ ਸਿਰਫ ਕੇਸਰੀ ਨਿਸ਼ਾਨ ਸਾਹਿਬ ਹੋਣਾ ਚਾਹੀਦਾ, ਮੰਦਿਰਾਂ ਦੇ ਉੱਤੇ ਉਹਨਾਂ ਦਾ ਆਪਣਾ ਝੰਡਾ ਹੋਣਾ ਚਾਹੀਦਾ, ਔਰ ਜਿਹੜੀਆਂ ਸਟੇਟ ਦੀਆਂ ਬਿਲਡਿੰਗਸ ਨੇ ਉਹਨਾਂ ਦੇ ਉੱਤੇ ਸਿਰਫ ਤਿਰੰਗਾ ਹੋਣਾ ਚਾਹੀਦਾ। ਪਰ ਮੈਂ ਇੱਥੇ ਇੱਕ ਵਾਰੀ ਫੇਰ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਕੰਟਰੋਵਰਸੀ ਚੱਲ ਰਹੀ ਹੈ, ਇਹ ਇੱਕ ਬੜੀ ਵੱਡੀ ਸਾਜ਼ਿਸ਼ ਹੈਗੀ ਹੈ। ਇੱਕ ਪਾਸੇ ਆਮ ਲੋਕਾਂ ਨੂੰ ਜਿਹੜੇ ਮੁੱਖ ਮੁੱਦੇ ਨੇ ਉਹਨਾਂ ਦੇ ਜੀਵਨ ਦੇ, ਉਹਨਾਂ ਤੋਂ ਭਟਕਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਔਰ ਦੂਜੇ ਪਾਸੇ ਆਪਣੇ ਰਾਜਨੀਤਿਕ ਹਿੱਤਾਂ ਦੇ ਲਈ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ। ਮਿਸਟਰ ਮਲਹੋਤਰਾ, ਮੈਂ ਤੁਹਾਡੇ ਇਸ ਆਰਗੂਮੈਂਟ ਨਾਲ ਸਹਿਮਤੀ ਰੱਖਦਾ ਕਿ ਬਾਕੀ ਮੁੱਦਿਆਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਹੈ, ਪਰ ਇਸ ਆਰਗੂਮੈਂਟ ਦੇ ਵਿੱਚ ਤੁਸੀਂ ਆਪ ਹੀ ਘਿਰਦੇ ਪਏ ਹੋ ਕਿ ਇਸ ਪੂਰੇ ਮੁੱਦੇ ਤੇ ਸਿਆਸਤ ਕੀਤੀ ਜਾ ਰਹੀ ਹੈ। ਤੁਹਾਡੇ ਲੀਡਰ ਵੀ ਕਰਦੇ ਪਏ। ਮਿਸਟਰ ਮਲਹੋਤਰਾ, ਤੁਸੀਂ ਆਪਦੇ ਲੀਡਰ ਦੇ ਉਸ ਬਿਆਨਾਂ ਨੂੰ ਖਾਰਜ ਕਰਦੇ ਹੋ? ਨਹੀਂ, ਉਹਨਾਂ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਸਾਜ਼ਿਸ਼ ਨਹੀਂ ਕੀਤੀ ਜਾ ਰਹੀ। ਉਹ ਪਹਿਲਾਂ ਲੋਕਾਂ ਲਈ ਕੰਮ ਕਰਦੇ ਨੇ, ਫਿਰ ਉਹ ਇਸ ਤਰ੍ਹਾਂ ਦੇ ਜਿਹੜੇ ਠੀਕ ਹੈ, ਸਾਡੇ ਲਈ 15 ਅਗਸਤ ਜਿਹੜਾ ਇੱਕ ਬੜਾ ਵੱਡਾ ਤਿਉਹਾਰ ਹੈਗਾ, ਦੇਸ਼ ਭਗਤੀ ਦਾ ਤਿਉਹਾਰ ਹੈ, ਉਹ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈਗੀ, ਉਹ ਲੋਕਾਂ ਨੂੰ ਧੋਖਾ ਨਹੀਂ ਦੇ ਰਹੇ। ਉਹ ਪਹਿਲਾਂ ਲੋਕਾਂ ਲਈ ਕੰਮ ਕਰਦੇ ਨੇ, ਲੋਕਾਂ ਦੀ ਜ਼ਿੰਦਗੀ ਸੰਵਾਰਦੇ ਨੇ। ਠੀਕ ਹੈ ਜਸ਼ਨ, ਮੈਂ ਇੱਕ ਮਿੰਟ ਜਸ਼ਨ ਚਹਿਲ, ਤੁਹਾਡੇ ਤੋਂ ਸਵਾਲ ਹੈ। ਜਸ਼ਨ ਚਹਿਲ, ਇਸ ਸੰਬੰਧ ਦੇ ਵਿੱਚ ਮੈਂ ਆ ਰਿਹਾ। ਜਸਕਰਨ ਜੀ ਇੱਕ ਮਿੰਟ ਆ ਰਿਹਾ। ਜਸਕਰਨ ਜੀ, ਆ ਨੋਟੀਫਿਕੇਸ਼ਨ ਆ ਦੇਖੋ। ਕਿਹੜਾ ਨੋਟੀਫਿਕੇਸ਼ਨ ਹੈ ਇਹ? ਆਮ ਆਦਮੀ ਪਾਰਟੀ ਸਰਕਾਰ ਦਾ ਆ ਨੋਟੀਫਿਕੇਸ਼ਨ ਹਰਿਆਣੇ ਵੱਲੋਂ ਇਲਾਕੇ ਦੇ ਮਜਿਸਟਰੇਟ ਸਰਕਾਰੀ ਨੋਟੀਫਿਕੇਸ਼ਨ ਨਹੀਂ ਹੈ। ਕਹਿੰਦੇ ਪੰਜੋਖੜਾ ਸਾਹਿਬ ਦੇ ਵੀ ਝੰਡਾ ਚੜੂਗਾ ਤੇ ਮੰਜੀ ਸਾਹਿਬ ਦੇ ਵੀ ਚੜੂਗਾ। ਹਾਂ, ਇਹ ਹਰਿਆਣੇ ਦੀ ਗੱਲ ਕਰ ਰਹੇ ਹੋ ਪੰਜਾਬ ਤੁਸੀਂ? ਸਰਕਾਰ ਦਾ ਵੀ ਨੋਟੀਫਿਕੇਸ਼ਨ ਦੇ ਦੇਣਾ। ਹਰਿਆਣੇ ਦੀ ਗੱਲ ਕਰ ਰਹੇ ਹੋ ਜਸਕਰਨ ਜੀ? ਹਰਿਆਣੇ ਦੀ, ਪੰਜਾਬ ਦੀ ਵੀ ਮੈਂ ਕਰਦਾ। ਪੰਜਾਬ 'ਚ ਕਿਹੜਾ ਨੋਟੀਫਿਕੇਸ਼ਨ ਹੋਇਆ ਜਸਕਰਨ ਜੀ? ਪੰਜਾਬ ਦਾ ਵੀ ਮੈਂ ਦਿੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਸਾਰੇ ਡੀਪੀਆਈ ਨੂੰ, ਭਗਵੰਤ ਮਾਨ ਦੀ ਸਰਕਾਰ ਨੇ ਮੋਦੀ ਸਰਕਾਰ ਦੇ ਤਰਕ ਤੇ ਸਾਰਾ ਕੋਈ ਆਰਡਰ ਜਾਰੀ ਕੀਤੇ ਆ। ਹਾਂ ਠੀਕ, ਬਿਲਕੁਲ ਕਾਲਜ ਦਾ ਝੂਠ ਹੈ। ਆ ਕਾਲਜ ਜਾਰੀ ਆ ਗਿਆ। ਆ ਕਾਲਜ ਮਾਤਾ ਗੁਜਰੀ ਕਾਲਜ ਦਾ ਆ ਗਿਆ, ਉਹਨੂੰ ਆਰਡਰ ਕੀਤੇ। ਹਾਂ ਚਲੋ ਮਿਸਟਰ ਮਲਹੋਤਰਾ, ਮੇਰਾ ਇੱਕ ਸਵਾਲ ਹੈ ਵੀ ਲੋਕਾਂ ਦੀਆਂ ਤਨਖਾਹਾਂ ਕਿਉਂ ਕੱਟੀਆਂ ਜਾ ਰਹੀਆਂ? ਆਪਾਂ ਨੂੰ ਵਿਸ਼ਵਾਸ ਨਹੀਂ ਵੀ ਆਪਣੇ ਦੇਸ਼ ਦਾ ਨਾਗਰਿਕ ਹਰੇਕ ਬੰਦਾ ਆਪਦੇ ਆਪ ਝੰਡਾ ਲੈ ਰਹੂਗਾ 15 ਅਗਸਤ ਨੂੰ? ਆਪਾਂ ਬੱਚਿਆਂ ਦੀਆਂ ਫੀਸਾਂ ਪਾਇਆ ਜਾ ਰਿਹਾ ਝੰਡੇ ਦਾ ਬਿੱਲ, ਲੋਕਾਂ ਦੇ ਤਨਖਾਹਾਂ ਕੱਟੀਆਂ ਜਾ ਰਹੀਆਂ, ਉਹ ਕਿਉਂ ਕੱਟੀਆਂ ਜਾ ਰਹੀਆਂ? ਮੈਨੂੰ ਸਿਰਫ ਇਸ ਗੱਲ ਦਾ ਜਵਾਬ ਚਾਹੀਦਾ। ਜਸ਼ਨ ਜੀ ਜਵਾਬ ਮੈਂ ਲੈ ਲੈਣਾ। ਜਸ਼ਨ ਜੀ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਪੋਲਿਟਿਕਸ ਕਰਦੇ ਪਏ ਹੋ, ਬੀਜੇਪੀ ਦੀ ਪੋਲਿਟਿਕਸ ਵਿੱਚ ਤੁਸੀਂ ਤਾਂ ਟਰੈਪ ਹੋ ਗਏ ਨਾ, ਤੁਸੀਂ ਤਾਂ ਫਸ ਗਏ। ਤੁਸੀਂ ਵੀ ਤਿਰੰਗਾ ਚੱਕ ਕੇ ਤੇ ਯਾਤਰਾ ਸ਼ੁਰੂ ਕਰਤੀਆਂ। ਜਸ਼ਨ ਜੀ, ਤਿਰੰਗਾ ਯਾਤਰਾ ਚੱਲ ਰਹੀ ਹੈ ਲੋਕਾਂ ਨੂੰ ਜੋੜਨ ਲਈ, ਦੇਸ਼ ਦੀ ਅਖੰਡਤਾ ਦਾ। ਤੇ ਉਹ ਕਿਹੜਾ ਤੋੜਨ ਲਈ ਕਰਦੇ ਪਏ ਆ? ਉਹ ਤੋੜਨ ਲਈ ਕਰਦੇ ਪਏ ਜਸ਼ਨ ਚਹਿਲ। ਉਹ ਤਿਰੰਗਾ ਚੱਕ ਕੇ ਤੋੜਦੇ ਪਏ ਆ ਜਸ਼ਨ ਚਹਿਲ, ਉਹ ਤੋੜਦੇ ਪਏ ਆ। ਬੀਜੇਪੀ ਵਾਲੇ ਤੋੜਦੇ ਪਏ ਆ। ਕੀ ਕਹਿ ਰਹੇ ਹੋ ਜੀ? ਬੀਜੇਪੀ ਵਾਲੇ ਦੇਸ਼ ਨੂੰ ਤੋੜਦੇ ਪਏ ਆ ਤਿਰੰਗਾ ਚੱਕ ਕੇ। ਤੋੜਦੇ ਨਹੀਂ ਪਏ, ਪਰ ਪੈਸੇ ਕਿਉਂ ਕੱਟ ਰਹੇ? ਵੋਲੰਟੀਅਰਲੀ ਸਾਰੇ ਆਪ ਝੰਡਾ ਲੈ ਕੇ ਆਪਦੇ ਲਹਿਰਾਉਣਗੇ। ਤੁਸੀਂ ਆਪਾਂ ਕਿਸੇ ਦਾ, ਜਦੋਂ ਇੱਕ ਡੈਮੋਕ੍ਰੇਸੀ ਹੈ, ਆਪਾਂ ਆਪ ਝੰਡਾ ਲੈ ਸਕਦੇ ਆ, ਲਹਿਰਾ ਸਕਦੇ ਆ। ਸੋ ਇਹ ਆਪਣੇ ਤੇ ਕਿਸੇ ਮੁਲਾਜ਼ਮ ਤੇ ਸਰਕਾਰੀ ਮੁਲਾਜ਼ਮਾਂ ਤੇ ਕਿਉਂ ਥੋਪਿਆ ਜਾ ਰਿਹਾ? ਚਲੋ ਸੋਈ ਸਾਹਿਬ, ਸਵਾਲ ਬੜਾ ਸੰਜੀਦਾ ਹੈਗਾ। ਸਰਕਾਰੀ ਮੁਲਾਜ਼ਮਾਂ ਦੇ ਪੱਤੇ ਚੋਂ ਇਹ ਪੈਸੇ ਕਿਉਂ ਕੱਟੇ ਜਾ ਰਹੇ ਆ? ਉਹਨਾਂ ਸਿੱਧਾ ਸਵਾਲ ਹੈ, ਥੋਪਿਆ ਜਾ ਰਿਹਾ। ਦੈਟ ਸੋਈ। ਦੇਖੋ, ਪਹਿਲੀ ਗੱਲ ਤੇ ਜਦੋਂ ਦੇਸ਼ ਦੀ ਆਪਣੇ ਜਸ਼ਨ ਜੀ ਜਿਹਨੂੰ ਅਸੀਂ ਕਹਿੰਦੇ ਆ ਕਿ ਸਾਡੀ ਆਨ ਬਾਨ ਤੇ ਸ਼ਾਨ ਸਾਡਾ ਤਿਰੰਗਾ ਹੈ, ਇਸੇ ਉੱਪਰ ਰਾਜਨੀਤੀ ਕਰਨੀ ਹੀ ਸ਼ਰਮਨਾਕ ਗੱਲ ਹੈ। ਦੂਜੇ ਪਾਸੇ ਸੋਈ ਸਾਹਿਬ ਉਹਨਾਂ ਸਵਾਲ ਇਹ ਹੈ, ਸੋਈ ਸਾਹਿਬ ਸੁਣ ਲਓ ਨਾ, ਸੋਈ ਸਾਹਿਬ ਉਹਨਾਂ ਸਵਾਲ ਇਹ ਹੈ, ਦੇਸ਼ ਭਗਤੀ ਥੋਪੀ ਕਿਉਂ ਜਾ ਰਹੀ ਹੈ? ਸਰ, ਜਿਹਨੇ ਝੰਡਾ ਲੈਣਾ ਆਪਦੀ ਤਨਖਾਹ ਚੋਂ ਆਪ ਲੈ ਲੂਗਾ ਨਾ ਸਰ, ਉਹ ਤੁਹਾਡੇ ਤੋਂ ਥੋੜੀ ਪੈਸੇ ਮੰਗਦਾ ਪਿਆ, ਆਪੇ ਲੈ ਲੂਗਾ। ਉਹਨੂੰ ਪੋਸਟ ਆਫਿਸ ਵੀ ਦੇਖਦਾ ਪਿਆ, ਹੋਰ ਜਿੱਥੇ ਝੰਡੇ ਮਿਲਦੇ ਪਏ ਉੱਥੇ ਜਾ ਕੇ ਲੈ ਲੂਗਾ। ਤੁਸੀਂ ਉਹ ਕਹਿੰਦੇ ਤਨਖਾਹਾਂ ਚੋਂ ਕਿਉਂ ਕੱਢਦੇ ਪਏ, ਪੱਤਿਆਂ ਚ ਕਿਉਂ ਕੱਢਦੇ ਪਏ ਹੋ? ਕੇਪੀ ਜੀ, ਕੋਈ ਇੱਕ ਇਨਸੀਡੈਂਟ ਦਿਖਾ ਦਿਓ ਕਿ ਇਹ ਤਨਖਾਹ ਕੱਟੀ ਹੋਵੇ ਜਾਂ ਕਿਸੇ ਦਾ ਭੱਤਿਆਂ ਚੋਂ ਕੱਟਿਆ ਹੋਵੇ। ਆ ਜੇ ਆਰਪੀ ਮਲਹੋਤਰਾ ਹੁਣੀ ਪੰਜਾਬ 'ਚ ਕਰਦੇ ਪਏ ਨੇ ਤੇ ਉਹਨਾਂ ਨੂੰ ਪੁੱਛੋ, ਜੇ ਦਿੱਲੀ 'ਚ ਕੇਜਰੀਵਾਲ ਸਰਕਾਰ ਕਰਦੀ ਉਹਨਾਂ ਨੂੰ ਪੁੱਛੋ। ਅਸੀਂ ਭਾਰਤ ਸਰਕਾਰ ਵੱਲੋਂ ਕਿਸੇ ਨੂੰ ਕੋਈ ਵੀ ਏਦਾਂ ਦੀ ਇੰਸਟਰਕਸ਼ਨ ਨਹੀਂ ਹੈ ਕਿ ਕਿਸੇ ਦੀ ਤਨਖਾਹ ਚੋਂ ਕੱਟੋ। ਅਸੀਂ ਤੇ ਐਜ਼ ਏ ਬੀਜੇਪੀ ਸਪੋਕਸਪਰਸਨ
ਬੀਜੇਪੀ ਆਪਣੇ ਕਾਰਜਕਰਤਾ ਨੂੰ ਖੁਦ ਕਹਿ ਰਹੀ ਹੈ ਕਿ ਆਪਣੇ ਘਰਾਂ ਦੇ ਉੱਪਰ, ਆਪਣੀਆਂ ਦੁਕਾਨਦਾਰਾਂ ਤੇ, ਆਪਣੇ ਹਰ ਜਗ੍ਹਾ ਤੇ ਝੰਡਾ ਲਹਿਰਾਓ ਤਾਂ ਕਿ ਦੇਸ਼ ਦੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਯਾਦ ਕੀਤਾ ਜਾ ਸਕੇ। ਸੋਈ ਸਾਹਿਬ ਜਸ਼ਨ ਚਾਹਲ ਇਹ ਸਵਾਲ ਕਰਨਾ ਚਾਹ ਰਹੇ ਆ। ਸੋਈ ਸਾਹਿਬ ਦੇਸ਼ ਨੂੰ ਕਿਉਂ ਕੋਸ਼ਿਸ਼ ਕਰਦੇ ਆ? ਸੋਈ ਸਾਹਿਬ ਮੇਰੇ ਭਰਾ ਜਿਹੜੇ ਸੋਈ ਸਾਹਿਬ ਸੁਣ ਲਓ ਨਾ। ਸੋਈ ਸਾਹਿਬ ਠੇਕੇਦਾਰ ਬਣ ਜਾਂਦੇ ਨੇ। ਸੋਈ ਸਾਹਿਬ ਸੁਣ ਲਓ ਨਾ। ਸੋਈ ਸਾਹਿਬ ਸਿਆਸਤ ਸਿੱਖੀ ਨੇ ਸਿਆਸਤ ਕੀਤੀ ਹੈ ਨਾ, ਉਹਨਾਂ ਦਾ ਕੱਖ ਨਹੀਂ ਰਿਹਾ। ਤੁਸੀਂ ਵੀ ਸਿਆਸਤ ਕਰਨੀ ਬੰਦ ਕਰ ਦਿਓ। ਸੋਈ ਸਾਹਿਬ ਦੇ ਨਾਂ ਦੇ ਉੱਪਰ ਝੰਡੇ ਦੇ ਸੋਈ ਸਾਹਿਬ ਸੁਣ ਲਓ ਨਾ। ਸੋਈ ਸਾਹਿਬ ਆਪ ਬਿਨਾਂ ਬ੍ਰੇਕ ਤੋਂ ਚੱਲਦੇ ਪਏ। ਸੋਈ ਸਾਹਿਬ ਬੀਜੇਪੀ ਨੇ, ਸੰਘ ਨੇ ਝੰਡੇ ਨੂੰ ਮਾਨਤਾ ਕਦੋਂ ਦਿੱਤੀ ਸੀ ਸਰ? ਤਿਰੰਗੇ ਨੂੰ? ਹਾਂਜੀ, ਤਿਰੰਗੇ ਨੂੰ ਮਾਨਤਾ ਕਦੋਂ ਦਿੱਤੀ ਸੀ ਬੀਜੇਪੀ ਨੇ? ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਝੰਡੇ ਨੂੰ ਦੇਸ਼ ਦੀ ਸਰਕਾਰਾਂ ਨੇ ਮਾਨਤਾ ਦਿੱਤੀ ਹੋਈ ਹੈ। ਇਸ ਕਰਕੇ ਆਪਾਂ ਲੈਟ ਅਸ ਨੋਟ ਗੋ ਅਬਾਊਟ ਦ ਬੀਜੇਪੀ ਜਾਂ ਕਿਸੇ ਹੋਰ ਪਾਰਟੀ। ਤਿਰੰਗਾ ਜਿਹੜਾ ਹੈਗਾ ਉਹ ਸਾਰੀਆਂ ਪਾਰਟੀਆਂ ਦਾ, ਔਰ ਇਹ ਸਾਰੀ ਪਾਰਟੀਆਂ ਨੂੰ ਮਾਨਤਾ ਜਿਹੜੀ ਹੈ 22 ਜੁਲਾਈ 1947 ਚ ਪਹਿਲੀ ਵਾਰੀ ਇਹ ਤਿਰੰਗੇ ਦਾ ਸ਼ੇਪ ਆਈ। 15 ਅਗਸਤ 1947 ਨੂੰ ਪਹਿਲੀ ਵਾਰੀ ਦੇਸ਼ ਤੇ ਤਿਰੰਗਾ ਲਹਿਰਾਇਆ। ਤੇ ਜਿਹੜਾ ਸੰਵਿਧਾਨ ਤੋਂ ਜਦੋਂ ਅਸੀਂ 26 ਜਨਵਰੀ 1950 ਚ ਜਦੋਂ ਅਸੀਂ ਇੱਕ ਰਿਪਬਲਿਕ ਬਣੇ ਆ, ਦੇਸ਼ ਦਾ ਸਾਡੇ ਦਾ ਸਵਾਲ ਤਾਂ ਸੁਣ ਲਿਆ ਕਰੋ ਨਾ ਅਗਲਾ। ਸਤਕਾਰ ਕਰਨਾ ਕਿਸੇ ਵੀ ਧਰਮ ਨਾਲ ਰਿਲੇਟਡ ਹੋਵੇ। ਸੋਈ ਸਾਹਿਬ ਇੱਕ ਮਿੰਟ। ਜਸ਼ਨ ਚਾਹਲ ਇੱਕ ਮਿੰਟ ਪਲੀਜ਼। ਸੋਈ ਸਾਹਿਬ ਰਾਹੁਲ ਗਾਂਧੀ ਨੇ ਸੰਘ ਤੇ 52 ਸਾਲ ਵਾਲਾ ਸਵਾਲ ਕਿਉਂ ਚੁੱਕਿਆ? ਹਾਂਜੀ, ਰਾਹੁਲ ਗਾਂਧੀ ਨੇ ਸੰਘ ਤੇ 52 ਸਾਲ ਵਾਲਾ ਸਵਾਲ ਕਿਉਂ ਚੁੱਕਿਆ? ਫਿਰ ਦੇਖੋ ਰਾਹੁਲ ਗਾਂਧੀ ਦਾ ਹੁਣ ਪਤਾ ਨਹੀਂ, ਉਹ ਇਹਨਾਂ ਦੇ ਖੁਦ ਹੀ ਕਹਿੰਦੇ ਸੀ ਕਿ ਪੱਪੂ ਜੋ ਮਰਜ਼ੀ ਬੋਲਦਾ ਸੀ ਉਹਨੂੰ ਜ਼ਿਆਦਾ ਵੈਲਿਊ ਉਹਦੀ। ਮੈਨੂੰ ਲੱਗਦਾ ਸਾਨੂੰ ਇਸ ਭਾਸ਼ਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਨਹੀਂ ਸੋਈ ਸਾਹਿਬ ਮੈਨੂੰ ਲੱਗਦਾ ਇਸ ਭਾਸ਼ਾ ਦਾ ਇਸਤੇਮਾਲ ਸਾਨੂੰ ਨਹੀਂ ਕਰਨਾ ਚਾਹੀਦਾ। ਜਸਕੰਤ ਸਿੰਘ ਕਾਨ ਸਿੰਘ ਵਾਲਾ ਇੱਕ ਮਿੰਟ। ਜਸ਼ਨ ਚਾਹਲ ਮੈਂ ਪਹਿਲੇ ਹੁਣ ਰੋਕਤਾ। ਜਸ਼ਨ ਚਾਹਲ ਪਲੀਜ਼। ਜਸਕੰਤ ਸਿੰਘ ਕਾਨ ਸਿੰਘ ਵਾਲਾ, ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕੋਈ ਆਰਡੀਨੈਂਸ, ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ। ਜਸਕੰਤ ਜੀ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਉਹਦੀ ਭੇਜ ਦਿੱਤੀ ਆ। ਟੀਪੀਏ ਵੱਲੋਂ ਹੁਕਮ ਆ, ਮੈਂ ਉਹਨੂੰ ਤੁਹਾਨੂੰ WhatsApp ਤੇ ਭੇਜ ਦਿੱਤਾ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆ ਹੋਇਆ ਉਹ ਤਾਂ ਲਿਖਤੀ ਭੇਜ ਦਿੱਤਾ ਹੋਇਆ। ਉਹ ਮੰਨੇ ਨਾ ਮੰਨੇ ਇਹ ਤਾਂ ਕੋਈ ਗੱਲ ਆ ਵੀ ਬੰਦਾ ਕਹਦੇ ਮੈਂ ਨਹੀਂ ਮੰਨਦਾ। ਮੈਂ ਦੇਖ ਲਿਆ ਮਾਤਾ ਗੁਜਰੀ ਕਾਲਜ ਦਾ ਤੁਸੀਂ ਭੇਜਿਆ, ਡਾਕਟਰ ਕਸ਼ਮੀਰ ਸਿੰਘ ਰਾਂ ਸਾਈਨ ਹੈ ਥੱਲੇ। ਝੂਠ ਹੈ, ਕੋਈ ਆਰਡੀਨੈਂਸ ਨਹੀਂ ਹੈ ਔਰ ਕੋਈ ਐਸਜੀਪੀਸੀ ਨੂੰ ਇਸ ਤਰ੍ਹਾਂ ਦੀ ਇਨਸਟਰਕਸ਼ਨ ਨਹੀਂ ਭੇਜੀ ਗਈ। ਇਸ ਕਰਕੇ ਇਹ ਨਾ ਸਾਰੇ ਇੱਕੋ। ਹੁਣ ਫਿਰ ਕੇਜਰੀਵਾਲ ਕਿਉਂ ਕਹਿੰਦਾ 14 ਤਰੀਕ ਨੂੰ ਝੰਡੇ ਚੜਾ ਲਓ? ਕਿਉਂ ਕਹਿੰਦਾ ਫਿਰ ਬਈ ਝੰਡਾ ਦਾ ਜਿਹੜਾ 15 ਅਗਸਤ ਨੂੰ ਚੜਦਾ ਚੜ੍ਹ ਜਾਵੇ, ਉਹਨੂੰ ਪ੍ਰਚਾਰ ਕਰਨ ਦੀ ਲੋੜ ਹੈ? ਫਿਰ ਉਹਨੂੰ ਝੰਡੇ ਦਾ 15 ਅਗਸਤ ਨੂੰ ਚੜਦਾ ਉਹ ਚੜ੍ਹ ਜਾਵੇ, ਤਿਰੰਗਾ ਹੀ ਚੜਾਏਗਾ। ਪ੍ਰਚਾਰ ਕਰਨ ਦੀ ਲੋੜ ਹੈ? ਮਾਲੀ ਸਾਹਿਬ ਦੇ ਲਾਸਟ ਕਮੈਂਟ ਲੈਣੇ, ਮੈਂ ਡਿਬੇਟ ਸਮਾਪਤ ਕਰਨੀ ਹੁਣ। ਮਾਲੀ ਸਾਹਿਬ ਦੇ ਲਾਸਟ ਕਮੈਂਟ ਲੈਣੇ ਪਲੀਜ਼। ਮਾਲੀ ਸਾਹਿਬ ਮੈਂ ਉੱਥੇ ਸ਼ੁਰੂ ਇੱਕ ਮਿੰਟ। ਜਸ਼ਨ ਚਾਹਲ ਹੁਣ ਆਪਣੇ ਕੋਲ ਵਕਤ ਘੱਟ ਆ, ਮਾਫ ਕਰਨਾ ਮੈਂ ਤੁਹਾਨੂੰ ਵਕਤ ਜ਼ਿਆਦਾ ਨਹੀਂ ਦੇ ਸਕਦਾ। ਇਹ ਤਿਰੰਗਾ ਦੇ ਵਫਾਦਾਰ ਹੈ। ਮੈਂ ਕਹਿੰਦਾ ਵੀ ਚੀਨ ਨੇ ਤੁਹਾਡਾ ਨਾਪ ਲਿਆ 29,000 ਵਰਗ ਕਿਲੋਮੀਟਰ ਤੇ 9,000 ਹੁਣ ਪਤਾ ਚੱਲੋ ਚੀਨ ਬਣੀ ਚੱਲੀ ਉੱਥੇ ਚੱਲ ਕੇ ਚੱਲੋ ਪਤਾ ਲੱਗੂ ਉੱਥੇ ਕਿਹੜੇ ਅੱਗੇ ਲੱਗਦੇ ਅਸੀਂ ਮੱਲਮ ਪੱਟੀ ਕਰਾਂਗੇ ਤੁਹਾਨੂੰ। 56 ਇੰਚ ਛਾਤੀਆਂ ਵਾਲੇ ਵੀ ਆ ਜਾਣ। ਉਹ ਵੀ ਕਹਿੰਦੇ ਸੀ ਬਈ ਕਦੇ ਝੰਡੇ ਦੇ ਖਿਲਾਫ ਬੋਲਦੇ ਆ, ਕਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਖਿਲਾਫ ਬੋਲਦੇ ਆ, ਕਦੇ ਕਿਸੇ ਦੇ ਖਿਲਾਫ ਬੋਲਦੇ ਆ। ਚਲੋ ਠੀਕ ਹੈ ਜਸਕੰਤ ਸਿੰਘ, ਤੁਹਾਡੇ ਸਾਰੇ ਆਰਗੂਮੈਂਟ ਆ ਗਏ। ਜਸਕੰਤ ਸਿੰਘ ਜੀ ਤੁਹਾਡੇ ਸਾਰੇ ਆਰਗੂਮੈਂਟ ਆ ਗਏ ਸਰ, ਤੁਹਾਡੇ ਸਾਰੇ ਆਰਗੂਮੈਂਟ ਆ ਗਏ। ਮਾਲਵਿੰਦਰ ਸਿੰਘ ਮਾਲੀ, ਜਦੋਂ ਮੈਂ ਡਿਬੇਟ ਸ਼ੁਰੂ ਕੀਤੀ ਸੀ ਤਾਂ ਮੈਨੂੰ ਇਉਂ ਲੱਗਾ ਸੀਗਾ ਕਿ ਜਿਹੜੀ ਸਾਂਝ ਵਾਲੀ ਤੁਸੀਂ ਗੱਲ ਕੀਤੀ, ਅੱਜ ਵੀ ਸਾਂਝ ਵਾਲੀ ਗੱਲ ਹੋਊਗੀ, ਪਰ ਇਹ ਸਾਂਝ ਦੇ ਨਾਮ ਤੇ ਜਿਹੜੀ ਸਿਆਸਤ ਹੋ ਰਹੀ ਹੈ ਉਹਦੇ ਝੰਡੇ ਦੇ ਵਿੱਚ ਮੈਨੂੰ ਇਹ ਨਹੀਂ ਸਮਝ ਆ ਰਿਹਾ ਡੰਡਾ ਕਿੰਦਾ, ਏਜੰਡਾ ਕੀ ਹੈਗਾ। ਮਾਲੀ ਸਾਹਿਬ, ਦੇਸ਼ ਦੇ ਵਿੱਚ ਬੜੇ ਮੁੱਦੇ ਹੈਗੇ ਆ, ਪਰ ਝੰਡੇ ਵਾਲੇ ਮੁੱਦੇ ਤੇ ਸਿਆਸਤ ਇਸ ਤਰੀਕੇ ਨਾਲ ਝੰਡੇ ਗੱਡ ਕੇ ਖੜੀ ਹੈ, ਲੋਕਾਂ ਨੂੰ ਕੋਈ ਸਮਝ ਨਹੀਂ ਆ ਰਿਹਾ। ਲੋਕ ਭੁੱਲ ਚੁੱਕੇ ਆ ਕਿ ਪੈਟਰੋਲ ਕਿੰਨਾ ਮਹਿੰਗਾ, ਰੋਟੀ ਸਬਜ਼ੀ ਸਾਡੀ ਕਿੰਨੀ ਮਹਿੰਗੀ ਹੋ ਚੁੱਕੀ ਹੈ। ਇਸ ਦੀ ਕੋਈ ਗੱਲ ਨਹੀਂ ਹੋ ਰਹੀ ਮਾਲੀ ਸਾਹਿਬ, ਸਭ ਕੁਝ ਆਊਟ ਹੋ ਚੁੱਕਿਆ ਮਾਲੀ ਸਾਹਿਬ। ਠੀਕ ਹੈ 75ਵੇਂ ਆਜ਼ਾਦੀ ਦਿਹਾੜੇ ਤੇ ਤੁਸੀਂ ਸਾਰੇ ਸਮਾਗਮ ਕਰੋ, ਪਰ ਜਿਹੜਾ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਸਾਡੇ ਸਾਹਮਣੇ ਮਾਲੀ ਸਾਹਿਬ, ਮੈਨੂੰ ਇਹ ਲੱਗਦਾ ਕਿ ਇਹਦੇ ਤੇ ਸਾਨੂੰ ਸਭ ਤੋਂ ਜ਼ਿਆਦਾ ਸੋਚਣ ਦੀ ਜ਼ਰੂਰਤ ਹੈ। ਮਾਲੀ ਸਾਹਿਬ ਲਾਸਟ ਪੁਆਇੰਟ ਪਲੀਜ਼। ਏਪੀ ਜੀ, ਸਤਿੰਦਰ ਸਰਤਾਜ ਦਾ ਇੱਕ ਗੀਤ ਆ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਦੂਜਾ ਵਾਰ ਖੰਡੇ ਨਾਲ। ਇਹ ਦੇਸ਼ ਕਿਵੇਂ ਬਣਿਆ, ਇਹ ਝੰਡਾ ਕਿਵੇਂ ਬਣਿਆ, ਉਹਦਾ ਇੱਕ ਇਤਿਹਾਸਕ ਪ੍ਰਸੰਗ ਆ। ਤੁਸੀਂ ਉਹਦੇ ਨਾਲ ਸਹਿਮਤ ਹੋਵੋ ਨਾ ਹੋਵੋ, ਪਰ ਹੁਣ ਜਿਹੜੇ ਲੋਕਾਂ ਨੂੰ ਉਹ ਤਿਰੰਗਾ ਪ੍ਰਵਾਨ ਨਹੀਂ ਸੀ, ਲੇਟ ਆ ਕੇ ਪ੍ਰਵਾਨ ਕੀਤਾ,
ਜਿਹੜੇ ਕਹਿੰਦੇ ਸੀ ਇਹ ਸਾਂਝ ਵਾਲਾ ਝੰਡਾ ਨਹੀਂ ਹੋਣਾ ਚਾਹੀਦਾ, ਇੱਕ ਧਰਮ ਨੂੰ ਇੱਕ ਵਿਸ਼ਵਾਸਾਂ ਨੂੰ ਪ੍ਰਗਟ ਕਰਨ ਵਾਲਾ ਝੰਡਾ ਹੋਣਾ ਚਾਹੀਦਾ। ਜਿਹੜੇ ਨੇ ਭਾਰਤ ਦੇ ਨਾਲ ਇੰਡੀਆ ਦੇ ਨਾਲ ਭਾਰਤ ਜੋੜਿਆ, ਭਾਰਤ ਦੇ ਨਾਲ ਹੁਣ ਹਿੰਦੁਸਤਾਨ ਜੋੜਿਆ ਜਾ ਰਿਹਾ, ਰਾਸ਼ਟਰਵਾਦ ਨਾਲ ਹਿੰਦੂ ਸਾਮਰਾਜ ਜਾਂ ਹਿੰਦੂ ਰਾਮਰਾਜ ਜੋੜਿਆ ਜਾ ਰਿਹਾ। ਉਹ ਜਿਹੜੀ ਸਾਂਝ ਵਾਲੀ ਭਾਵਨਾ ਜਿੰਨੀ ਵੀ ਸੀ ਜਿਹੀ ਜਿਹੀ ਸੀ ਉਹਨੂੰ ਖਤਮ ਕਰਨ ਲਈ ਇਹ ਬਹੁਤ ਵੱਡਾ ਵਿਚਾਰਕ ਫਾਸ਼ੀਵਾਦੀ ਹਮਲਾ, ਇਹ ਝੰਡਾ ਜਿਹੜਾ ਜਿੱਤ ਦਾ ਪ੍ਰਤੀਕ ਆ, ਅਸੀਂ ਫੌਜਾਂ ਲੜਦੀਆਂ ਨੇ, ਕਬਜ਼ਾ ਹੁੰਦਾ ਉੱਥੇ ਅਸੀਂ ਇਹਨੂੰ ਲਾਉਨੇ ਆ, ਤੇ ਜਿਹੜਾ ਹੁਣ ਘਰਾਂ ਘਰਾਂ ਤੇ ਲਾਇਆ ਜਾ ਰਿਹਾ ਇਹ ਉਹਨਾਂ ਤੇ ਥੋਪਿਆ ਜਾ ਰਿਹਾ ਕਿ ਸਾਡੀ ਸਿਆਸਤ ਆ ਜਿਹੜੀ ਮੋਦੀ ਦੀ ਸਿਆਸਤ ਜ਼ਰੂਰੀ ਨਹੀਂ ਤਿਰੰਗੇ ਦੀ ਸਿਆਸਤ ਹੋਵੇ, ਮੋਦੀ ਦੀ ਸਿਆਸਤ ਜ਼ਰੂਰੀ ਨਹੀਂ ਸੰਵਿਧਾਨ ਦੇ ਅਨੁਸਾਰ ਸਹੀ ਹੋਵੇ, ਉਹਦੇ ਨਾਲ ਲੱਖਾਂ ਲੋਕਾਂ ਦਾ ਮਤਭੇਦ ਹੋ ਸਕਦਾ, 30% ਲੋਕਾਂ ਨੇ ਵੋਟਾਂ ਦਿੰਦੀਆਂ। ਤੁਸੀਂ ਆਪਣੀ ਵਿਚਾਰਧਾਰਾ ਨੂੰ ਸਿਆਸਤ ਨੂੰ ਤਿਰੰਗੇ ਦੇ ਬਹਾਨੇ ਲੋਕਾਂ ਤੇ ਜਿਹੜੀ ਥੋਪਣ ਦੀ ਕੋਸ਼ਿਸ਼ ਕਰਦੇ ਹੋ, ਇਹਦੇ ਮਾੜੇ ਨਤੀਜੇ ਨਿਕਲਣਗੇ। ਕੇਪੀ ਜੀ ਮੇਰੀ ਸੁਣ ਲਓ, ਆਉਣ ਵਾਲੇ ਦਿਨਾਂ 'ਚ ਅੱਡ-ਅੱਡ ਰਾਜ ਇਹ ਮੰਗ ਉਠਾਉਣਗੇ ਕਿ ਸਾਡਾ ਝੰਡਾ ਅਸੀਂ ਨਾਲ ਲਾਵਾਂਗੇ। ਤੁਸੀਂ ਉਧਰ ਨੂੰ ਧੱਕ ਰਹੇ ਹੋ। ਕਰਨਾਟਕਾ ਦੀ ਅਸੈਂਬਲੀ ਦਾ ਮਿਸਾਲ ਤੁਹਾਡੇ ਸਾਹਮਣੇ ਆ, ਤਾਮਿਲਨਾਡੂ ਦੇ MP ਦਾ ਬਿਆਨ ਸਾਹਮਣੇ ਆ ਵੀ ਸਾਡਾ ਗਲ ਨਾ ਘੁੱਟੋ, ਸਾਨੂੰ ਵੱਖ ਹੋਣ ਵਾਲੇ ਪਾਸੇ ਨਾ ਧੱਕੋ। ਇਹ ਸਿਆਸਤ ਏਕਤਾ ਦੇ ਨਾਂ ਤੇ ਦੇਸ਼ 'ਚ ਵੰਡੀਆਂ ਪਾਉਣ ਵਾਲੀ ਸਿਆਸਤ ਆ, ਸਾਂਝ ਵਾਲੀ ਸਿਆਸਤ ਨਹੀਂ, ਭਾਈਚਾਰੇ ਵਾਲੀ ਸਿਆਸਤ ਨਹੀਂ, ਇੱਕ ਦੂਜੇ ਨਾਲ ਮਿਲ ਜੁਲ ਕੇ ਚੱਲਣ ਵਾਲੀ ਸਿਆਸਤ ਨਹੀਂ। ਇਹਨੂੰ ਪਛਾਣਨਾ ਚਾਹੀਦਾ ਹੈ, ਬਹੁਤ ਖਤਰਨਾਕ ਸਿਆਸਤ ਹੈ। ਮੈਂ ਕਹਿਣਾ ਚਾਹੁੰਦਾ ਸੋਈ ਸਾਹਿਬ ਲਾਸਟ ਮਿੰਟ, ਸੋਈ ਸਾਹਿਬ ਸੰਖੇਪ ਵਿੱਚ ਜਵਾਬ ਦਿਓ ਕਿ ਬੀਜੇਪੀ ਇਹ ਚਾਹੁੰਦੀ ਹੈ ਕਿ ਧਾਰਮਿਕ ਸਥਾਨਾਂ ਤੇ ਤਿਰੰਗਾ ਲਹਿਰਾਇਆ ਜਾਵੇ। ਸੋਈ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। ਮੇਰੇ ਮੁਤਾਬਿਕ ਆ ਪਰਸਨਲ ਓਪੀਨੀਅਨ, ਬੀਜੇਪੀ ਦਾ ਓਪੀਨੀਅਨ ਆ ਹੋਏਗਾ ਜਿਹੜੇ ਧਾਰਮਿਕ ਸਥਾਨ ਆਪਣੇ ਦੇਸ਼ ਦੀ ਇੱਜ਼ਤ ਮਾਨ ਸਤਿਕਾਰ ਜਿਹੜਾ ਸਾਡੀ ਆਨ ਸ਼ਾਨ ਤੇ ਬਾਣਾ ਲਹਿਰਾਣਾ ਚਾਹੁੰਦੇ ਨੇ ਲਹਿਰਾਨ। ਇੱਕ ਮਿੰਟ, ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਇੱਕ ਲੈਟਰ ਭੇਜੀ, ਇੱਕ ਮਿੰਟ ਸੁਣ ਲਓ ਨਾ ਸੋਈ ਸਾਹਿਬ ਸੁਣ ਲਓ ਸਰ, ਤੁਸੀਂ ਜਿਹੜੀ ਗੱਲ ਕਹੀ ਆਪਦੇ ਹਿਸਾਬ ਨਾਲ ਲਹਿਰਾਉਣਾ ਚਾਹੁੰਦੇ, ਠੀਕ ਹੈ। ਇਹ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਚਿੱਠੀ ਭੇਜੀ ਹੈ ਹਰਿਆਣੇ ਦੀ, ਮੰਜੀ ਸਾਹਿਬ ਗੁਰਦੁਆਰਾ, ਖੜਗਾ ਪਾਰਕ, ਪੰਜੋਖੜਾ ਸਾਹਿਬ, ਜਮਕੇਸ਼ਵਰ ਤੀਰਥ, ਮਾਤਾ ਬਾਲਾ ਸੁੰਦਰੀ ਮੰਦਿਰ, ਇਹ ਤੁਸੀਂ ਇਹਦੀ ਸਮਰਥਨ ਕਰਦੇ ਹੋ ਮਿਸਟਰ ਸੋਈ? ਦੇਖੋ ਕਿਸੇ ਵੀ ਯਾਰ ਦੇਸ਼ ਦਾ ਤਿਰੰਗਾ ਸਾਡੀ ਆਪ ਤੁਸੀਂ ਹਮਾਇਤ ਕਰਦੇ ਹੋ ਕਿ ਨਹੀਂ ਸਰ? ਇਸ ਹੁਕਮਾਂ ਦੀ ਹਮਾਇਤ ਕਰਦੇ ਹੋ ਕਿ ਨਹੀਂ? ਮੈਨੂੰ ਵੀ ਪਤਾ ਹੈ ਹੁਕਮ ਸਹੀ ਕਿ ਨਹੀਂ ਸਹੀ। ਜਸਕਰਨ ਸਿੰਘ ਵਾਲਾ ਸਵਾਲ ਪੁੱਛਿਆ, ਜਵਾਬ ਦੇ ਦਿਓ ਸਰ। ਮੈਂ ਦੇ ਰਿਹਾ ਜੀ ਜਵਾਬ। ਕੋਈ ਵੀ ਧਾਰਮਿਕ ਸਥਾਨ ਜਿਹੜੇ ਉਹਦੇ ਪ੍ਰਬੰਧਕ ਉੱਤੇ ਲਹਿਰਾਣਾ ਚਾਹੁੰਦੇ ਨੇ ਤੇ ਲਹਿਰਾਣਾ ਚਾਹੀਦਾ। ਇਹ ਆਰਡਰ ਜਾਰੀ ਕਰਨੇ ਚਾਹੀਦੇ ਕਿ ਨਹੀਂ ਚਾਹੀਦੇ ਸੋਈ ਸਾਹਿਬ? ਸੋਈ ਸਾਹਿਬ ਆਰਡਰ ਜਾਰੀ ਕਰਨੇ ਚਾਹੀਦੇ ਕਿ ਨਹੀਂ ਲਹਿਰਾਣਾ ਚਾਹੀਦਾ? ਇਹ ਕਿਉਂ ਨਾ ਇਹ ਗੁਰਦੁਆਰੇ ਦੇ ਝੰਡਾ ਕਿਉਂ ਲਹਿਰਾਣਾ ਚਾਹੀਦਾ? ਇਹ ਕੀ ਹਿੰਮਤ ਹੈ ਕਿਸੇ ਦੀ ਗੁਰਦੁਆਰੇ ਤੇ ਸਾਡੇ ਤੇ ਝੰਡਾ ਲਹਿਰਾਊਗਾ? ਬਹੁਤ ਧੰਨਵਾਦ, ਬਹੁਤ ਧੰਨਵਾਦ। ਮੈਨੂੰ ਲੱਗਦਾ ਝੰਡਾ ਪ੍ਰਤੀਕ ਹੁੰਦਾ ਪਰ ਝੰਡੇ ਤੇ ਹੁਣ ਵੰਡੀਆਂ ਪੈ ਰਹੀਆਂ। ਬਹੁਤ ਧੰਨਵਾਦ, ਬਹੁਤ ਧੰਨਵਾਦ। ਮੈਂ ਇਸ ਤੋਂ ਅੱਗੇ ਡਿਬੇਟ ਨਹੀਂ ਕਰ ਸਕਦਾ, ਮਾਫ ਕਰਨਾ ਵਕਤ ਨਹੀਂ। ਸੋਈ ਸਾਹਿਬ ਤੁਹਾਡਾ ਬਹੁਤ ਧੰਨਵਾਦ। ਜਸਕਰਨ ਸਿੰਘ ਕਾਨ ਸਿੰਘ ਵਾਲਾ ਤੁਹਾਡਾ ਬਹੁਤ ਧੰਨਵਾਦ। ਆਰਪੀਐਸ ਮਲਹੋਤਰਾ ਵਕਤ ਨਹੀਂ ਦੇ ਸਕਦਾ, ਤੁਹਾਡਾ ਬਹੁਤ ਧੰਨਵਾਦ। ਜਸ਼ਨ ਚਹਿਲ ਤੁਹਾਨੂੰ ਵਕਤ ਮੈਂ ਕੱਟ ਦੇ ਸਕਿਆ, ਤੁਹਾਡੇ ਤੋਂ ਮਾਫੀ ਚਾਹੁੰਦਾ, ਤੁਹਾਡਾ ਬਹੁਤ ਧੰਨਵਾਦ। ਮਿਸਟਰ ਮਾਲੀ ਤੁਹਾਡਾ ਬਹੁਤ ਧੰਨਵਾਦ। ਮਿਸਟਰ ਮਾਲੀ ਨੇ ਇੱਕ ਗੱਲ ਕਹੀ ਹੈ ਕਿ ਭਾਰਤ ਦੇ ਭਵਿੱਖ ਦੇ ਲਈ ਇਹ ਝੰਡੇ ਵਾਲੀ ਪੋਲਿਟਿਕਸ ਹੈ, ਬਹੁਤ ਖਤਰਨਾਕ ਹੈਗੀ ਆ ਤੇ ਸਾਨੂੰ ਇਸ ਸੰਜੀਦਗੀ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈਗੀ ਆ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਝੰਡਾ, ਸਿਆਸਤ ਤੇ ਏਜੰਡਾ, ਅਸੀਂ ਬਹੁਤ ਸਾਰੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਸਵਾਲਾਂ ਦੇ ਵਿਚਾਲੇ 75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਜੇ ਝੰਡਿਆਂ ਵਾਲੀ ਸਿਆਸਤ ਸਾਨੂੰ ਸਾਂਝ ਦੀ ਥਾਂ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਫਿਰ ਸਾਨੂੰ ਖੁਦ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈਗੀ ਆ। ਬਹੁਤ ਧੰਨਵਾਦ।